ਜਿਹੜੀ ऑनलाइन एंड कॉरपोरेट हाउस वो हर जगह एंटर कर रहे हैं। बाकी जो जितने बिजनेस हैं सारे बर्बाद कर चुके हैं, क्योंकि एक सारी ऑल इंडिया की ऑर्गेनाइजेशन बड़ी स्ट्रोंग है और असी ऑनलाइन बेस पे असी सारे हाई कोर्ट केस जीत चुके हैं। मतलब अगर अज एक साडे किसी कैमिस्ट नूं लोड़ पै जाए, एक गारंटी है कि उहदे नाल एक सिर्फ आवाज़ मारांगे तो सारे बंदे उत्थे खड़े होणगे। फिर असी हो सकता है एक दिन की स्ट्राइक की कॉल दईए, 2 दिन की दईए या इंडेफिनिट दईए, बट असी धार लिया असी कॉरपोरेट नूं पंजाब विच एंटर नहीं होंदे एट एनी कोस्ट। ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਡਾਇਰੈਕਟ ਐਂਟਰੀ ਦਿੱਤੀ ਜਾ ਰਹੀ ਹੈ। बिल्कुल उस चीज़ तो बड़े परेशान हाँ असी पंजाब लैवल पर एजुकेशन कर रहे हैं। कुछ नवीं चेंज आ रही हैं बिना फॉर्मैलिटी किते। साढ़े वास्ते कंडीशनां बहुत है, साढ़े वास्ते बहुत ज़्यादा कंडीशनां, जिवें 100 मीटर तो इन बिटवीन असी दुकान नहीं खोल सकते, एक दुकान तो दूसरी दुकान 100 मीटर होवे, लेकिन कारपोरेट घराने वास्ते कोई कंडीशन नहीं है। उन्होंने अनएजुकेटेड बंदियां भी दुकानां खोल के दे रहे हैं और लाइसेंस सानू इशू करने वास्ते बहुत फॉर्मैलिटीज़ है, और कॉरपोरेट इकट्ठे 10-10 लाइसेंस इशू कर रहे हैं, उन्होंने वास्ते कोई फॉर्मैलिटी ज़्यादा की नहीं जा रही। ਲੁਧਿਆਣਾ ਲਾਈਵ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਨਾਰਥ ਇੰਡੀਆ ਦੀ ਦਿੱਲੀ ਤੋਂ ਬਾਅਦ ਸਭ ਤੋਂ ਵੱਡੀ ਮੰਡੀ, ਦਵਾਈਆਂ ਦੀ ਵੱਡੀ ਮੰਡੀ ਮੰਨੀ ਜਾਂਦੀ ਹੈ ਪਿੰਡੀ ਸਟਰੀਟ, ਔਰ ਪਿੰਡੀ ਸਟਰੀਟ ਦੇ ਵਿੱਚ ਲਗਭਗ 400 ਦੇ ਕਰੀਬ ਹੈ ਦੁਕਾਨਾਂ ਨੇ, ਔਰ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਹੈ ਪਿੰਡੀ ਸਟਰੀਟ। ਲਗਭਗ 1 ਲੱਖ ਦੇ ਕਰੀਬ ਨੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਪਿੰਡੀ ਸਟਰੀਟ ਤੋਂ, ਇਸ ਮਾਰਕੀਟ ਤੋਂ ਰੋਜ਼ਗਾਰ ਹੈ ਜਿਹੜਾ ਮੁਹੱਈਆ ਹੋ ਰਿਹਾ। ਔਰ ਕਈ ਵਾਰ ਅਕਸਰ ਅਸੀਂ ਦੇਖਦੇ ਹਾਂ ਪਿੰਡੀ ਸਟਰੀਟ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਹਾਲਾਂਕਿ ਕਰੋਨਾ ਕਾਲ ਦੇ ਟਾਈਮ ਦੇ ਵਿੱਚ ਵੀ ਪਿੰਡੀ ਸਟਰੀਟ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ, ਕਿਉਂਕਿ ਇੱਥੋਂ ਦੇ ਜਿਹੜੇ ਕੈਮਿਸਟ ਸਨ, ਇੱਥੋਂ ਦੇ ਜਿਹੜੇ ਦਵਾਈਆਂ ਦੇ ਡੀਲਰ ਸਨ, ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਸੀਗੀ ਉਸ ਵੇਲੇ ਇਹਨਾਂ ਨੂੰ ਕਰੋਨਾ ਵਾਰੀਅਰ ਵੀ ਮੰਨਿਆ ਗਿਆ। ਔਰ ਪੂਰੇ ਸ਼ਹਿਰ ਨੂੰ, ਨਾ ਕੇਵਲ ਪੂਰੇ ਸ਼ਹਿਰ ਨੂੰ ਬਲਕਿ ਪੂਰੇ ਪੰਜਾਬ ਨੂੰ ਜਿਹੜੀ ਦਵਾਈਆਂ ਦੀ ਸਪਲਾਈ ਹੈ ਇਸ ਬਾਜ਼ਾਰ ਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਸਾਡੇ ਨਾਲ ਪ੍ਰਧਾਨ ਸਾਹਿਬ ਵੀ ਮੌਜੂਦ ਨੇ, ਚਾਵਲਾ ਸਾਹਿਬ ਮੌਜੂਦ ਨੇ, ਉਹਨਾਂ ਕੋਲ ਚੱਲਦੇ ਹਾਂ ਔਰ ਜਾਣਕਾਰੀ ਲੈ ਲੈਂਦੇ ਹਾਂ। ਪਿੰਡੀ ਸਟਰੀਟ ਦੀ ਇੱਕ ਚੀਜ਼ ਹੋਰ ਤੁਹਾਡੇ ਨਾਲ ਮੈਂ ਖਾਸੀਅਤ ਸ਼ੇਅਰ ਕਰਨੀ ਚਾਹਾਂਗਾ ਕਿ ਮੋਸਟ ਸਿਕਿਉਰ ਸਟਰੀਟ ਮੰਨੀ ਜਾਂਦੀ ਹੈ। 40 ਦੇ ਕਰੀਬ ਇੱਥੇ ਜਿਹੜੇ ਅਨਾਉਂਸਮੈਂਟ ਕਰਨ ਦੇ ਲਈ ਸਪੀਕਰ ਲੱਗੇ ਹੋਏ ਨੇ ਵੱਖ-ਵੱਖ ਲੋਕੇਸ਼ਨਸ ਤੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਇੱਥੇ ਇੰਸਟਾਲ ਕੀਤੇ ਹੋਏ ਨੇ। ਹੋਰ ਵੀ ਕਈ ਚੀਜ਼ਾਂ ਨੇ। ਚਾਵਲਾ ਸਾਹਿਬ ਕੋਲ ਚੱਲਦੇ ਹਾਂ। ਚਾਵਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਕਰੰਟ ਇਸ਼ੂ ਹੈ, ਇਲੈਕਸ਼ਨ ਦੀ ਅਨਾਉਂਸਮੈਂਟ ਹੋ ਕੇ ਪੋਸਟਪੋਨ ਹੋ ਗਏ, ਕੀ ਇਸ਼ੂ ਹੈ ਸਰ? ਇਹ ਕੋਈ ਲੰਬਾ ਇਸ਼ੂ ਨਹੀਂ ਹੈ। एक ਜਿਹੜੇ ਇਲੈਕਸ਼ਨ ਨੇ ਅਸੀਂ ਹਮੇਸ਼ਾ ਭਾਈਚਾਰਾ ਦਾ ਇਲੈਕਸ਼ਨ ਕਹਿੰਦੇ ਆ, ਇੱਕ ਬ੍ਰਦਰਹੁੱਡ ਦੇ ਇਲੈਕਸ਼ਨ ਨੇ। ਕੁਛ ਲੱਗਿਆ ਸਾਨੂੰ ਕਿ ਐਵੇਂ ਐਟਮੋਸਫੇਅਰ ਖਰਾਬ ਨਾ ਹੋਏ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹਰ ਬੰਦੇ ਦੇ ਆਪਣੇ ਮੋਟਿਵ ਹੁੰਦੇ ਨੇ, ਸਭ ਕੁਝ ਦਾ ਆਪਣਾ ਹੁੰਦਾ। ਅਸੀਂ ਇਹ ਚਾਹੁੰਦੇ ਕਿ ਉਹ ਅਸੀਂ ਆਪਣਾ ਜਿਹੜਾ ਇੱਕ ਭਾਈਚਾਰਾ ਹੈ ਉਹਨੂੰ ਖਰਾਬ ਨਾ ਕਰੀਏ, ਔਰ ਜਿਸ ਵੇਲੇ ਸਾਨੂੰ ਲੱਗੇਗਾ ਕਿ ਭਾਈਚਾਰਾ ਸਾਰਾ ਠੀਕ ਹੈ, ਓਕੇ ਹੈ, ਉਹ ਸਾਰੇ ਅਸੀਂ ਇਕੱਠੇ ਬੈਠ ਕੇ ਫਿਰ ਇਲੈਕਸ਼ਨ ਕਰਾ ਦਾਂਗੇ। ਇਲੈਕਸ਼ਨ ਦਾ ਕੋਈ ਲੰਬਾ ਇਸ਼ੂ ਨਹੀਂ ਹੈਗਾ। ਜਿਸ ਵੇਲੇ ਸਾਰੇ ਇਕੱਠੇ ਬੈਠਾਂਗੇ ਇੱਕ ਵਾਰੀ ਬੈਠ ਕੇ ਫਿਰ ਅਸੀਂ ਇਲੈਕਸ਼ਨ ਦੁਬਾਰਾ ਕਰਾ ਦਾਂਗੇ, ਕੋਈ ਦਿੱਕਤ ਨਹੀਂ ਉਹਦੇ ਵਿੱਚ। ਸਰ, ਹੋਲਸੇਲ ਕੈਮਿਸਟ ਐਸੋਸੀਏਸ਼ਨ ਤੇ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ 'ਚ ਫਰਕ ਕੀ ਹੈ? ਸਰ ਪਤਾ ਕੀ ਹੈ, ਜਿਹੜਾ ਸਾਡਾ ਇਹ ਨਾ ਇੱਕ ਚੇਨ ਸਿਸਟਮ ਹੈ। ਸਭ ਤੋਂ ਪਹਿਲੇ ਸਾਡੀ ਆਉਂਦੀ AICD, ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ। ਉਹਨਾਂ ਦੇ ਸੀ ਸਾਰੇ ਆਲ ਇੰਡੀਆ ਕਰੀਬ 9.5 ਲੱਖ ਕੈਮਿਸਟ ਨੇ। ਉਸ ਤੋਂ ਬਾਅਦ ਜਿਹੜੀ ਸਾਡੀ ਸੈਕਿੰਡ 4 ਟਾਇਰ ਸਿਸਟਮ ਹੈ, ਆਲ ਇੰਡੀਆ, ਦੈਨ ਸਟੇਟ, ਦੈਨ ਡਿਸਟ੍ਰਿਕਟ, ਦੈਨ ਅੱਗੇ ਜਿਹੜੇ ਯੂਨਿਟ ਨੇ। ਠੀਕ ਹੈ, ਹੁਣ ਜਿੱਦਾਂ ਸਾਡਾ ਪੰਜਾਬ ਹੈ, ਇਹ ਜਿਹੜਾ ਪੰਜਾਬ ਸਾਡਾ ਯੂਨਿਟ ਹੈਗਾ ਆਲ ਇੰਡੀਆ ਦਾ, ਅਤੇ ਜਿਹੜਾ ਲੁਧਿਆਣਾ ਡਿਸਟ੍ਰਿਕਟ ਹੈ ਉਹ ਯੂਨਿਟ ਹੈ ਪੰਜਾਬ ਦਾ। ਅਤੇ ਜਿਹੜਾ ਲੁਧਿਆਣਾ ਹੈ ਉਹਦੇ ਅੰਡਰ ਜਿੰਨੀ ਤਹਿਸੀਲਾਂ ਨੇ, ਸਪੋਜ਼ਿੰਗ ਜਗਰਾਓਂ, ਰਾਏਕੋਟ, ਪਿੰਡੀ ਸਟਰੀਟ ਜਿਹੜੀ ਹੈਗੀ ਹੋਲਸੇਲ ਮਾਰਕੀਟ ਐਂਡ ਰਿਟੇਲ, ਬਾਕੀ ਇਹ ਸਾਰੀਆਂ ਜਿਹੜੀਆਂ ਯੂਨਿਟ ਸਾਡੇ ਲੁਧਿਆਣਾ ਡਿਸਟ੍ਰਿਕਟ ਵਿੱਚ ਆਉਂਦੇ ਨੇ, ਜਿਹਦੇ ਅਸੀਂ ਅਲੱਗ-ਅਲੱਗ ਪ੍ਰਧਾਨ ਸੈਕਟਰੀ ਅਪੋਇੰਟ ਕੀਤੇ ਹੋਏ ਨੇ। ਅਤੇ ਅਸੀਂ ਟਾਈਮ ਟੂ ਟਾਈਮ ਮੀਟਿੰਗ ਕਰਕੇ ਜਿਨ੍ਹਾਂ ਦੀ ਕੋਈ ਪ੍ਰੋਬਲਮਸ ਨੇ ਉਹ ਅਸੀਂ ਬੈਠ ਕੇ ਡਿਸਕਸ ਕਰਦੇ ਹਾਂ। ਆਹ ਸਾਡਾ ਸਿਸਟਮ ਹੈਗਾ। 4 ਟਾਇਰ ਸਿਸਟਮ ਅਸੀਂ ਕਹਿੰਦੇ ਹਾਂ, ਆਲ ਇੰਡੀਆ, ਪੰਜਾਬ, ਡਿਸਟ੍ਰਿਕਟ ਐਂਡ ਡਿਸਟ੍ਰਿਕਟ ਤੋਂ ਅੱਗੇ ਤਹਿਸੀਲ, ਸਬ ਤਹਿਸੀਲ ਐਂਡ ਯੂਨਿਟ। ਸਰ, ਕਿੰਨੇ ਮੈਂਬਰ ਨੇ ਡਿਸਟ੍ਰਿਕਟ? ਅਗਰ ਡਿਸਟ੍ਰਿਕਟ ਲੁਧਿਆਣੇ ਦੀ ਗੱਲ ਕੀਤੀ ਜਾਵੇ, ਕਿੰਨੇ ਟੋਟਲ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ 'ਚ ਮੈਂਬਰ ਨੇ? ਨੀਅਰ ਅਬਾਊਟ ਅਸੀਂ 5000 ਦੇ ਕਰੀਬ ਕਹਿ ਸਕਦੇ ਹਾਂ, 4500 ਤੋਂ ਲੈ ਕੇ 5000। ਇੰਨੇ ਕਿਸੇ ਵੀ ਹੋਰ ਡਿਸਟ੍ਰਿਕਟ ਮੈਂਬਰਸ ਨਹੀਂ ਹੈ ਜਿੰਨੇ ਸਾਡੇ ਮੈਂਬਰਸ ਨੇ। ਤੁਸੀਂ ਲਗਾ ਲਓ ਖੰਨਾ ਵੀ ਹੈਗਾ, ਜਗਰਾਓਂ ਵੀ ਹੈਗਾ, ਰਾਏਕੋਟ ਵੀ ਹੈਗਾ, ਸੁਧਾਰ ਵੀ ਹੈਗਾ, ਇੱਧਰੋਂ ਸਮਰਾਲਾ, ਮਾਛੀਵਾੜਾ, ਦੁਰਾਹਾ, ਪਿੰਡੀ ਸਟਰੀਟ ਇਟਸੈਲਫ, ਜਿਹੜੇ ਸਾਡੇ ਇੱਥੇ ਰਿਟੇਲਸ ਨੇ ਉਹਨਾਂ ਦੇ ਅਸੀਂ ਅਲੱਗ ਯੂਨਿਟ ਬਣਾਏ ਨੇ।
ਨੌਰਥ ਵੈਸਟ ਸਾਊਥ ਅਸੀਂ ਕੀਤਾ, ਕਿਉਂਕਿ ਹਰ ਕੈਮਿਸਟ ਨੂੰ ਦੇ ਗਰੁੱਪ ਬਣਾ ਕੇ ਅਸੀਂ ਉੱਥੇ ਪ੍ਰੈਜ਼ੀਡੈਂਟ ਸੈਕਟਰੀ ਅਪਾਇੰਟ ਕੀਤੇ ਨੇ। ਕਿਸੇ ਦੀ ਕੋਈ ਪ੍ਰੋਬਲਮ ਆਉਂਦੀ ਉਹ ਫਿਰ ਸਾਡੇ ਕੋਲ ਆਉਂਦਾ, ਸਾਡੇ ਕੋਲ ਸੋਲਵ ਨਹੀਂ ਹੁੰਦੀ ਫਿਰ ਅਸੀਂ ਪੰਜਾਬ ਨੂੰ ਗੱਲ ਕਰਦੇ ਹਾਂ, ਪੰਜਾਬ ਕੋਲ ਨਹੀਂ ਹੁੰਦਾ ਫਿਰ ਅਸੀਂ ਆਲ ਇੰਡੀਆ ਗੱਲ ਕਰਦੇ ਹਾਂ। ਅਸੀਂ ਮਤਲਬ ਸਾਰੀ ਪ੍ਰੋਬਲਮ ਆਪਣੀ ਇਕੱਠੇ ਬੈਠ ਕੇ ਸੋਲਵ ਕਰ ਲੈਂਦੇ ਹਾਂ। ਅੱਛਾ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੀ ਜੇ ਗੱਲ ਕੀਤੀ ਜਾਵੇ, ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਲਗਭਗ 400 ਦੇ ਕਰੀਬ ਦੁਕਾਨਾਂ ਨੇ ਇੱਥੇ, ਹੈ ਨਾ? ਕਿੰਨੇ ਮੈਂਬਰ ਉਹਦੇ ਵਿੱਚ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਵਿੱਚ? ਦੇਖੋ ਜੀ, ਸਾਡੇ ਪਿੰਡੀ ਗਲੀ, ਸਿਰਫ ਪਿੰਡੀ ਗਲੀ ਐਂਡ ਐਡਜੋਇਨਿੰਗ ਆਪਾਂ ਰੇਡੀਅਸ 1 ਕਿਲੋਮੀਟਰ ਲਗਾ ਲਈਏ ਕਿ ਸਾਡੇ ਤੇ 400 ਦੇ ਕਰੀਬ ਹੋਲਸੇਲਰ ਇੱਥੇ ਹੈਗੇ ਆ, ਜਿਨ੍ਹਾਂ ਨੂੰ ਕਈ ਵੱਡੇ ਵੱਡੇ ਕੈਮਿਸਟ ਨੇ, ਜਿਨ੍ਹਾਂ ਕੋਲ ਬੜੀ ਅੱਛੀ ਏਜੰਸੀਆਂ ਨੇ, ਲੱਖਾਂ ਕਰੋੜਾਂ ਦਾ ਬਿਜ਼ਨਸ ਕਰਦੇ ਨੇ। ਹੁਣ ਦੇਖੋ ਤੁਸੀਂ, ਇੱਕ ਜਿਹੜਾ ਕੈਮਿਸਟ ਹੈ ਮਿਨੀਮਮ ਹੋਲਸੇਲ ਤੇ 4 ਬੰਦੇ ਕੰਮ ਕਰਦੇ ਆ, ਕਈਆਂ ਦੇ 20 ਹੈਗੇ, ਕਈਆਂ ਦੇ 30 ਬੰਦੇ ਵੀ ਹੈਗੇ ਆ। ਮਤਲਬ ਅਗਰ ਉਹਨਾਂ ਦੇ ਪਰਿਵਾਰ ਦੇਖੀਏ, ਹੁਣ ਜਿਹੜੇ ਰੇੜੇ ਵਾਲੇ ਆਉਂਦੇ ਨੇ, ਜਾਣ ਵਾਲੇ, ਟਰਾਂਸਪੋਰਟ ਐਂਡ ਕੰਪਨੀਆਂ ਦੇ ਮੈਡੀਕਲ ਐਪ, ਮਤਲਬ ਲੱਖਾਂ ਦੀ ਤਾਦਾਦ 'ਚ ਆ ਜਾਂਦੇ ਨੇ, ਜਿਹੜਾ ਕਿ ਸਾਡੇ ਪਿੰਡੀ ਸਟਰੀਟ ਤੋਂ ਆਪਣੇ ਘਰ ਦੇ ਬੱਚਿਆਂ ਦਾ ਭੇਟ ਪਾਉਂਦੇ। ਸੋ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਰੋਜ਼ਗਾਰ ਹੈ ਇਸ ਪਿੰਡੀ ਸਟਰੀਟ ਤੋਂ ਮੁਹੱਈਆ ਹੋ ਰਿਹਾ। ਹਾਲਾਂਕਿ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਕਿ ਇੱਥੋਂ ਦੇ ਜਿਹੜੇ ਰੇੜਾ ਵਾਲੇ ਨੇ ਜਾਂ ਰਿਕਸ਼ਾ ਵਾਲੇ ਨੇ, ਉਹਨਾਂ ਦੇ ਨਾਲ ਵੀ ਕਹਿੰਦੇ ਅਪਾਇੰਟਮੈਂਟ ਲੈਣੀ ਪੈਂਦੀ ਹੈ, ਕਿਉਂਕਿ ਉਹ ਵੀ 2-2 3-3 ਦਿਨ ਬਿਜ਼ੀ ਰਹਿੰਦੇ ਆ ਔਰ ਅੱਛੀ ਰੋਟੀ ਹੈ ਜਿਹੜੀ, ਅੱਛਾ ਰੋਜ਼ਗਾਰ ਹੈ ਉਹਨਾਂ ਨੂੰ ਮੁਹੱਈਆ ਹੋ ਰਿਹਾ। ਪਿੰਡੀ ਸਟਰੀਟ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਹਾਲਾਤ ਦੇ ਵਿੱਚ ਜਿਹੜੇ ਵਹੀਕਲ ਖੜੇ ਨੇ, 2 ਵੀਲਰ ਨਜ਼ਰ ਆ ਰਹੇ ਨੇ ਔਰ ਪਾਰਕਿੰਗ ਹੈ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਨਜ਼ਰ ਆ ਰਹੀ ਹੈ। ਇਹ ਸਾਰੇ ਇੱਥੇ ਕੰਮ ਕਰਨ ਵਾਲੇ EMPLOYEES ਦੇ ਵਹੀਕਲ ਨਜ਼ਰ ਆ ਰਹੇ ਨੇ। ਹਾਲਾਂਕਿ ਹਰ ਰੋਜ਼ ਜਿਹੜੇ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਵਪਾਰੀ ਨੇ, ਜਿਹੜੇ ਦਵਾਈਆਂ ਦੇ ਵਪਾਰੀ ਨੇ, ਹਰ ਰੋਜ਼ ਇੱਥੇ ਵਿਜ਼ਿਟ ਕਰਦੇ ਨੇ ਔਰ ਸਮਾਨ ਹੈ ਜਿਹੜਾ, ਮਾਲ ਹੈ ਜਿਹੜਾ ਪਰਚੇਜ਼ ਕਰਨ ਲਈ ਆਉਂਦੇ ਆ। ਚੱਲਦੇ ਆ ਦੁਬਾਰਾ ਚਾਵਲਾ ਸਾਹਿਬ ਕੋਲੇ। ਚਾਵਲਾ ਸਾਹਿਬ, ਹੁਣ ਫਿਰ ਕੀ ਸਹਿਮਤੀ ਬਣੀ ਹੈ ਕੈਮਿਸਟ, ਹੋਲਸੇਲ ਕੈਮਿਸਟ ਐਸੋਸੀਏਸ਼ਨ ਔਰ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਦਰਮਿਆਨ? ਸਰ ਆਲਰੇਡੀ ਸਹਿਮਤੀ ਹੈ, ਨਾ ਸਹਿਮਤੀ ਵਾਲਾ ਕੋਈ ਕਾਰਨ ਹੀ ਨਹੀਂ ਹੈ। ਦੇਖੋ ਪਤਾ ਕੀ ਹੈ, ਇੱਕ ਸਾਡਾ ਲੁਧਿਆਣਾ ਵੱਡਾ ਭਰਾ, ਹੋਲਸੇਲ ਸਾਡਾ ਛੋਟਾ ਭਰਾ, ਇਹ ਸਾਡੀ ਫੈਮਿਲੀ ਦੇ ਪਾਰਟ ਨੇ। ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਅਸੀਂ ਬੈਠ ਕੇ ਡਿਸਕਸ ਕਰਕੇ ਸੋਲਵ ਕਰ ਲੈਂਦੇ ਹਾਂ। ਅੱਜ ਤੱਕ ਐਸੀ ਕੋਈ ਪ੍ਰੋਬਲਮ ਨਹੀਂ ਆਈ ਜਿਹਦਾ ਅਸੀਂ ਕੋਈ ਸੋਲੂਸ਼ਨ ਨਹੀਂ ਕੱਢਿਆ, ਕਿਉਂਕਿ ਸਾਡਾ ਭਾਈਚਾਰਾ ਬਹੁਤ ਸਟਰੋਂਗ ਹੈ। ਔਰ ਤੁਸੀਂ ਇੱਕ ਚੀਜ਼ ਸੋਚ ਲਓ ਕਿ ਜਿਹੜੀ ਲੁਧਿਆਣਾ ਦੀ ਹੋਲਸੇਲ ਮਾਰਕੀਟ ਹੈ, ਦਿਸ ਇਜ਼ ਦਾ ਹੱਬ, ਔਰ ਜਿੰਨੇ ਵੀ ਸਾਡੇ ਪੰਜਾਬ ਦੇ ਨੇ ਉਹ ਸਾਡੇ ਹੋਲਸੇਲਰਸ WCA ਤੋਂ ਸਿੱਖ ਲੈਂਦੇ ਨੇ ਕਿ ਸਾਡਾ ਭਾਈਚਾਰਾ ਕਿੰਨਾ ਸਟਰੋਂਗ ਹੈ। ਤੇ ਕਿਉਂਕਿ ਜਿੱਥੇ ਜ਼ਿਆਦਾ ਕੈਮਿਸਟ ਹੋ ਗਏ, ਉਹਦੇ ਕਈ ਲੋਕਾਂ ਦੇ ਵਿੱਚ ਇੰਟਰਸਟ ਵੀ ਆ ਜਾਂਦੇ ਨੇ, ਤੇ ਉਹ ਕਹਿੰਦੇ ਨੇ ਅਸੀਂ ਆਪਣੇ ਇੰਟਰਸਟ ਕਵਰ ਕਰੀਏ ਜਿਹੜੇ ਅਸੀਂ ਨਹੀਂ ਚਾਹੁੰਦੇ। ਕਈ ਵਾਰੀ ਅਸੀਂ ਇਹ ਨਹੀਂ ਕਹਿੰਦੇ ਕਿ ਦੇਖੋ 5 ਉਂਗਲੀਆਂ ਬਰਾਬਰ ਨਹੀਂ ਹੁੰਦੀਆਂ, ਛੋਟੀਆਂ ਮੋਟੀਆਂ ਦੇ ਘਰ 5 ਭਰਾ ਨੇ, ਸਾਰਿਆਂ ਦੇ ਵਿਚਾਰ ਨਹੀਂ ਮਿਲਦੇ, ਬਟ ਜਿਹੜੇ ਘਰ ਦਾ ਵੱਡਾ ਬੈਠਦਾ ਉਹ ਸਾਡੇ ਵਿਚਾਰ ਐਕੂਰੇਟ ਕਰਾ ਦਿੰਦਾ। ਕਿਉਂਕਿ ਸਾਡੇ ਇੱਥੇ WCA ਦੇ ਚੇਅਰਮੈਨ ਨੇ ਸਰਦਾਰ ਭਾਊ ਜੀ ਭਗਵਾਨ ਸਿੰਘ ਜੀ, ਕਿਉਂਕਿ ਸਾਡੀ ਕਦੇ ਵੀ ਬਾਈ ਚਾਂਸ ਕੋਈ ਐਸੀ ਗੱਲ ਹੋ ਜਾਏ ਤਾਂ ਉਹ ਸਾਨੂੰ ਬੁਲਾ ਕੇ ਸਾਨੂੰ ਸਮਝਾਉਂਦੇ, ਨਹੀਂ ਕਾਕਾ ਇੱਦਾਂ ਕਰੋ। ਤੇ ਸਾਡੇ ਕੋਈ ਵੀ ਕੈਮਿਸਟ ਇੱਦਾਂ ਨਹੀਂ ਹੈ ਜਿਹੜਾ ਉਹਨਾਂ ਦੀ ਗੱਲ ਨਾ ਮੰਨਦਾ ਹੋਵੇ। ਸੋ ਇੱਕ ਭਾਈਚਾਰਾ ਹੈ ਔਰ ਸਾਡਾ ਭਾਈਚਾਰਾ ਇੱਕ ਸਾਰੇ ਪੰਜਾਬ 'ਚ ਕੀ ਆਲ ਇੰਡੀਆ ਮਿਸਾਲ ਹੈ ਕਿ ਜੋ ਲੁਧਿਆਣੇ ਦੀ ਐਸੋਸੀਏਸ਼ਨ ਹੈ ਉਹ ਕਿਤੇ ਵੀ ਨਹੀਂ ਹੈ। ਤੇ ਇਸ ਵਾਸਤੇ ਛੋਟੀ ਮੋਟੀ ਚੀਜ਼ਾਂ ਅਸੀਂ ਕਦੇ ਗੌਰ ਨਹੀਂ ਕੀਤੀਆਂ, ਆਉਂਦੀਆਂ ਰਹਿੰਦੀਆਂ ਨੇ, ਸੋਲਵ ਵੀ ਹੋ ਜਾਂਦੀਆਂ ਨੇ, ਫਿਰ ਅਸੀਂ ਉੱਥੇ ਖੜੇ ਹਾਂ। ਮਤਲਬ ਅਗਰ ਅੱਜ ਇੱਕ ਸਾਡੇ ਕਿਸੇ ਕੈਮਿਸਟ ਨੂੰ ਲੋੜ ਪੈ ਜੇ, ਇਹ ਗਰੰਟੀ ਹੈ ਕਿ ਉਹਦੇ ਨਾਲ ਇੱਕ ਸਿਰਫ ਆਵਾਜ਼ ਮਾਰਾਂਗੇ ਤੇ ਸਾਰੇ ਬੰਦੇ ਉੱਥੇ ਖੜੇ ਹੋਣਗੇ। ਐਸੀ ਸਾਨੂੰ ਕੋਈ ਦਿੱਕਤ ਨਹੀਂ ਹੈ। ਸੋ ਭਾਈਚਾਰਕ ਸਾਂਝ ਦੀ ਜਿਹੜੀ ਮਿਸਾਲ ਹੈ ਉਹ ਕੈਮਿਸਟ, ਜਿਹੜੀ ਪਿੰਡੀ ਸਟਰੀਟ ਦੇ ਵਿੱਚ ਕੈਮਿਸਟ ਐਸੋਸੀਏਸ਼ਨ ਆ, ਉਸ ਤੋਂ ਵੇਖਣ ਨੂੰ ਮਿਲਦੀ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ, ਕਿਸੇ ਵੀ ਤਰ੍ਹਾਂ ਦੀ ਮਿਸ ਹੈਪਨਿੰਗ ਦੇ ਲਈ ਇਮੀਡੀਏਟਲੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਔਰ ਉਸ ਅਨਾਉਂਸਮੈਂਟ ਨੂੰ 40 ਥਾਂ ਤੇ ਸੁਣਿਆ ਜਾ ਸਕਦਾ। CCTV ਕੈਮਰਿਆਂ ਨਾਲ ਲੈਸ ਇਸ ਮਾਰਕੀਟ ਦੀ ਜਿਹੜੀ ਸਿਕਿਉਰਿਟੀ ਹੈ ਫੁੱਲ ਫਲੈਜ ਹੈ ਔਰ ਇਹ ਜਿਹੜੀ ਭਾਈਚਾਰਕ ਸਾਂਝ ਹੈ ਇਸ ਦਾ ਨਤੀਜਾ ਵਾ ਕਿ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਇਮੀਡੀਏਟਲੀ ਇਕੱਠੇ ਵੀ ਹੋ ਜਾਂਦੇ ਆ। ਚਾਵਲਾ ਸਾਹਿਬ, ਅਗਲੇ ਸਵਾਲ ਤੇ ਆਨਾ ਮੈਂ। ਇੱਕ ਪਿੱਛੇ ਜੇ ਡਰੱਗ ਪਾਲਿਸੀ ਦਾ ਵੀ ਬਹੁਤ ਅਸੀਂ ਸੁਣਨ ਨੂੰ ਦੇਖਿਆ ਕਿ ਡਰੱਗ ਪਾਲਿਸੀ ਦੇ ਨਾਲ ਤੁਸੀਂ ਸੈਟੀਸਫਾਈਡ ਨਹੀਂ ਲੱਗਦੇ। ਹਾਂ, ਪਤਾ ਕੀ ਹੈ ਜੀ, ਹੁਣ ਤੁਸੀਂ ਇੱਕ ਚੀਜ਼ ਦੇਖ ਰਹੀ ਹੈ ਕਿ ਜਿਹੜੀ ਆਨਲਾਈਨ ਐਂਡ ਕਾਰਪੋਰੇਟ ਹਾਊਸ ਉਹ ਹਰ ਜਗ੍ਹਾ ਐਂਟਰ ਕਰ ਰਹੇ ਨੇ। ਬਾਕੀ ਜਿਹੜੇ ਜਿੰਨੇ ਬਿਜ਼ਨਸ ਨੇ ਉਹ ਸਾਰੇ ਬਰਬਾਦ ਕਰ ਚੁੱਕੇ ਆ, ਕਿਉਂਕਿ ਇੱਕ ਸਾਡੀ ਸਾਰੀ ਆਲ ਇੰਡੀਆ ਦੀ ਆਰਗੇਨਾਈਜੇਸ਼ਨ ਬੜੀ ਸਟਰੋਂਗ ਹੈ ਔਰ ਅਸੀਂ ਆਨਲਾਈਨ ਬੇਸ ਤੇ ਅਸੀਂ ਸਾਰੇ ਹਾਈ ਕੋਰਟ ਕੇਸ ਜੀਤ ਚੁੱਕੇ ਹਾਂ। ਬਟ ਕੀ ਹੈ ਕਿ ਸੈਂਟਰ ਗਵਰਨਮੈਂਟ ਕਈ ਵਾਰੀ ਜੋ ਉਹਨਾਂ ਨੇ ਦਿਮਾਗ ਵਿੱਚ ਪਾਲਿਸੀ ਬਣਾਈ ਹੈ ਉਸ ਤੋਂ ਹਟਦੀ ਨਹੀਂ ਹੈ। ਬਟ ਫਿਰ ਵੀ ਅਸੀਂ ਟਾਈਮ ਟੂ ਟਾਈਮ, ਕਿਉਂਕਿ ਪਿੱਛੇ ਜੇ ਦੇਖੋ ਮੈਟਰੋ ਦੇ ਡਿਪਾਰਟਮੈਂਟ ਵਾਲੇ ਆਏ ਸੀ ਕਿ ਭਾਈ ਤੁਸੀਂ ਥਰਮਾਮੀਟਰ ਦੇ ਲਾਇਸੈਂਸ ਲਓ ਜੀ, ਸਾਡੇ ਕੋਲ ਲਾਇਸੈਂਸ ਲਓ। ਤਾਂ ਅਸੀਂ ਸਾਰੇ ਪੰਜਾਬ ਲੈਵਲ ਤੇ ਉਹਨਾਂ ਦਾ ਅਪੋਜ਼ ਕੀਤਾ, ਠੀਕ ਹੈ। ਤਾਂ ਉਹਨਾਂ ਨੂੰ
ਉਹ ਚੀਜ਼ ਵਾਪਸ ਲੈਣੀ ਪਈ। ਹੁਣ ਕੀ ਹੈ ਕਿ ਹੁਣ ਸਾਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਆ ਰਹੀ ਹੈ ਕਾਰਪੋਰੇਟ ਹਾਊਸ ਦੀ। ਜਿਹੜੀ ਸਾਡੀ ਡਰੱਗ ਪਾਲਿਸੀ ਹੈ ਉਹਦੇ 'ਚ ਇਹ ਹੈ ਕਿ ਜਿਹੜੇ ਡਿਪਲੋਮਾ ਹੋਲਡਰ ਨੇ ਉਹੀ ਲਾਇਸੈਂਸ ਲੈ ਸਕਦੇ ਨੇ। ਦੇਖੋ ਜਿੱਦਾਂ ਕਿਸੇ ਨੇ ਡਿਪਲੋਮਾ ਕੀਤਾ 3 ਸਾਲ ਦਾ ਐਕਸਪੀਰੀਅੰਸ, ਉਹ ਰਿਟੇਲ ਜਾਂ ਹੋਲਸੇਲਰ ਲੈ ਸਕਦਾ। ਜਿਹੜਾ ਬੈਚਲਰ ਹੈ, ਠੀਕ ਹੈ, ਫਾਰਮੇਸੀ 'ਚ ਉਹ 1 ਸਾਲ ਦਾ ਐਕਸਪੀਰੀਅੰਸ, ਜਿਹੜਾ ਐਮ ਫਾਰਮਾ ਹੈ ਉਹ ਇਮੀਡੀਏਟ ਲੈ ਸਕਦਾ। ਜਿਸ ਵੇਲੇ ਸਾਡੇ ਵਾਸਤੇ ਡਿਪਲੋਮਾ ਹੋਲਡਰ ਨੇ, ਵਾਏ ਕਾਰਪੋਰੇਟ ਵਾਸਤੇ ਵਾਏ ਉਹਨਾਂ ਵਾਸਤੇ ਛੂਟ ਕਿਉਂ? ਇਹ ਸਿਰਫ ਇਹੀ ਹੈ ਕਿ ਗਵਰਨਮੈਂਟ ਦੀ ਟੈਂਡੈਂਸੀ ਹੈ ਅਸੀਂ ਸਾਰੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰ ਦਈਏ। ਸਾਡੇ ਬੱਚੇ, ਸਾਡੇ ਬੀਬੇ, ਅੱਗੇ ਜਿਹੜੇ ਸਾਡੇ ਐਮਪਲਾਈ ਨੇ ਉਹਨਾਂ ਦੀ ਸਾਰੀ ਫੈਮਲੀਆਂ ਤੇ ਪਲ ਰਹੀਆਂ ਨੇ। ਅਸੀਂ ਸਿਰਫ ਗਵਰਨਮੈਂਟ ਨੂੰ ਇਹ ਕਹਿਣਾ ਹੈ ਕਿ ਭਾਈ ਸਾਡੇ ਛੋਟੇ ਦੁਕਾਨਦਾਰਾਂ ਵੱਲ ਥੋੜ੍ਹਾ ਧਿਆਨ ਦਿਓ, ਕਾਰਪੋਰੇਟ ਨਾ ਦੇਖੋ, ਕਿਉਂਕਿ ਪੈਸਾ ਉਹਨਾਂ ਕੋਲ ਹੈ। ਉਹਨਾਂ ਨੇ ਪੈਸਾ ਲਾ ਕੇ ਸਾਡੇ ਸਾਰੇ ਕੈਮਿਸਟਾਂ ਨੂੰ ਬਰਬਾਦ ਕਰ ਦੇਣਾ। ਪਹਿਲੇ ਅਸੀਂ ਕੰਪੀਟੀਸ਼ਨ ਦੇਖੋ ਕਿਤਨਾ, ਕੋਈ 5% ਦੇ, ਕੋਈ 10, ਕੋਈ 15, ਕੋਈ 20 ਲੈਸ ਦੇ ਰਿਹਾ। ਇਹ ਨਵੇਂ ਆਉਂਦੇ ਨੇ, ਆਪਣੀ ਇਨਵੈਸਟਮੈਂਟ ਕਰਦੇ ਨੇ, 25% ਦੇ ਲੈਸ ਦੇ ਬੋਰਡ ਲਗਾ ਦਿੰਦੇ ਨੇ, ਉੱਥੇ ਡੁਪਲੀਕੇਸੀ ਇਹ ਉਹ, ਉਹਦਾ ਕੋਈ ਇਲਾਜ ਨਹੀਂ ਹੈ। ਦੇਖੋ ਸਾਡਾ ਇੱਕ ਭਾਈਚਾਰਾ, ਭਾਰੀ ਸਾਂਝ ਹੈ, ਗ੍ਰਾਸ ਰੂਟ ਤੇ ਸਾਡੇ ਨਾਲ ਲੋਕ ਜੁੜੇ ਹੋਏ ਨੇ। ਸਾਡਾ ਰਿਟੇਲ ਹੈ, ਅਗਰ ਕਿਸੇ ਕੈਮਿਸਟ ਕੋਲ ਨਹੀਂ ਲੱਗੀ, ਅਗਰ ਉਹ 4 ਗੋਲੀਆਂ ਹੀ ਬਚ ਗਿਆ ਨਾ, ਉਹ ਵਾਪਸ ਲੈ ਲੈਂਦਾ। ਅਸੀਂ ਸਾਰੀ ਜਗ੍ਹਾ ਉਹਨਾਂ ਨੂੰ ਲੋੜ ਪੈ ਕੇ ਉਹਨਾਂ ਦੇ ਘਰ ਵੀ ਪਹੁੰਚਾ ਦਿੰਦੇ ਹਾਂ। ਬਟ ਕਾਰਪੋਰੇਟ ਹਾਊਸ ਕਿਸੇ ਦੇਖਦੇ ਥੋੜ੍ਹਾ ਨਹੀਂ। ਜਿੱਦਾਂ ਪਿੱਛੇ ਤੁਸੀਂ ਆਪਾਂ ਦੇਖੋ ਵੱਡੇ ਵੱਡੇ ਕਾਰਪੋਰੇਟ ਹੋਏ, ਪਹਿਲੇ ਉਹਨਾਂ ਨੇ ਸਾਨੂੰ ਲਾਲਚ ਦਿੱਤੇ, ਉਸ ਤੋਂ ਬਾਅਦ ਉਹ ਸਾਰਾ ਬਿਜ਼ਨਸ ਕਵਰ ਕਰਕੇ ਬੈਠ ਗਏ। ਇੱਦਾਂ ਹੀ ਸਾਨੂੰ ਡਾਊਟ ਹੈਗਾ ਕਿ ਜਿਹੜੇ ਕਾਰਪੋਰੇਟ ਹਾਊਸ ਆਉਣਗੇ, ਪਹਿਲੇ ਸਾਨੂੰ ਲਾਲਚ ਦੇਣਗੇ, ਬਾਅਦ 'ਚ ਆਪਣੇ ਹਾਊਸ ਬਣਾ ਕੇ ਉਹ ਸਾਡੇ ਕੈਮਿਸਟਾਂ ਸਭ ਦੀ ਛੁੱਟੀ ਕਰ। ਸੋ ਕਾਰਪੋਰੇਟ ਹਾਊਸ ਦੀ ਬੈਕਡੋਰ ਜਿਹੜੀ ਐਂਟਰੀ ਹੋ ਰਹੀ ਹੈ ਉਹਨਾਂ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਨਜ਼ਰ ਆ ਰਹੇ ਨੇ ਕੈਮਿਸਟ। ਜਿਹੜੇ ਮਹਾਨਗਰ ਲੁਧਿਆਣਾ ਦੇ ਵਿੱਚ ਪਿੰਡੀ ਸਟਰੀਟ ਦੇ ਵਿੱਚ ਕੈਮਿਸਟ ਬੈਠੇ ਨੇ ਔਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਵਪਾਰੀ ਨੇ, ਦਵਾਈਆਂ ਦੇ ਵਪਾਰ ਕਰਦੇ ਆ, ਔਰ ਇਹਨਾਂ ਦੇ ਵੱਲੋਂ ਜਿਹੜੇ ਆਬਜੈਕਸ਼ਨਸ ਚੱਕੇ ਜਾ ਰਹੇ ਨੇ ਕਿ ਜਿਹੜੀ ਫਾਰਮਿਸਟ ਹੁੰਦੇ ਆ ਉਹਨਾਂ ਨੂੰ ਇੱਕ ਡਿਸਪਲਿਨ ਦੇ ਅਧੀਨ ਹੈ ਜਿਹੜੇ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ, ਲੇਕਿਨ ਜਿਹੜੇ ਕਾਰਪੋਰੇਟ ਬੈਕਡੋਰ 'ਚ ਐਂਟਰੀ ਕਰ ਰਹੇ ਨੇ ਉਹਨਾਂ ਨੂੰ ਕਿਸੇ ਰੂਲਸ ਦੇ ਅਧੀਨ ਹੈ ਜਿਹੜੇ ਲਾਇਸੈਂਸ ਨਹੀਂ ਦਿੱਤੇ ਜਾ ਰਹੇ, ਬਲਕਿ ਕਾਰਪੋਰੇਟ ਘਰਾਣੇ ਹੋਣ ਦਾ ਫਾਇਦਾ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਬਿਨਾਂ ਕਿਸੇ ਕੋਈ ਕੰਡੀਸ਼ਨ ਦੇ ਜਾਂ ਰੂਲ ਦੇ ਜਾਂ ਸਿਸਟਮ ਦੇ ਜਾਂ ਪਾਲਿਸੀ ਦੇ ਜਿਹੜੇ ਲਾਇਸੈਂਸ ਨੇ ਇਸ਼ੂ ਕਰ ਦਿੱਤੇ ਜਾਂਦੇ ਨੇ। ਅਗਰ ਆਮ ਇਨਸਾਨ ਨੇ, ਕਿਸੇ ਨੇ ਦੁਕਾਨ ਖੋਲ੍ਹਣੀ ਹੈ, ਕੈਮਿਸਟ ਦੀ ਦੁਕਾਨ ਖੋਲ੍ਹਣੀ ਹੈ, ਉਹਨੂੰ ਬੀ ਫਾਰਮੇਸੀ, ਡੀ ਫਾਰਮੇਸੀ ਜਾਂ ਹੋਰ ਜਿਹੜੇ ਸਬਜੈਕਟਸ ਨੇ ਜਾਂ ਹੋਰ ਸਟੱਡੀਜ਼ ਨੇ ਉਹਦੇ ਅਕੋਰਡਿੰਗਲੀ ਹੈ ਜਿਹੜੀ ਸਟੱਡੀ ਕਰਨੀ ਪੈਂਦੀ ਹੈ ਔਰ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਵਾ। ਚਾਵਲਾ ਸਾਹਿਬ, ਇੰਪਲਾਈਮੈਂਟ ਦੀ ਤਾਂ ਆਪਾਂ ਦੇਖਿਆ ਕਿ ਨਜ਼ਰ ਆ ਰਿਹਾ ਕਿ ਚੰਗਾ ਤਕੜਾ ਇੰਪਲਾਈਮੈਂਟ ਹੈ, ਜਿਹੜਾ ਰੁਜ਼ਗਾਰ ਹੈ ਇਸ ਜਿਹੜੀ ਪਿੰਡੀ ਸਟਰੀਟ ਤੋਂ ਜਨਰੇਟ ਹੋ ਰਿਹਾ ਵਾ। ਔਰ ਅਗਰ ਆਪਾਂ ਟਰਨਓਵਰ ਦੀ, ਬਿਜ਼ਨਸ ਦੀ ਗੱਲ ਕਰੀਏ ਤਾਂ ਇਸ ਜਿਹੜੀ ਪਿੰਡੀ ਸਟਰੀਟ ਹੈ, ਦਵਾਈਆਂ ਦੀ ਮੰਥਲੀ ਟਰਨਓਵਰ ਕਿੰਨੀ ਕੁ ਹੋਏਗੀ? ਪੂਰੇ ਰੁਜ਼ਗਾਰ ਜਿਹੜਾ ਬਿਜ਼ਨਸ ਹੈ ਕਿੰਨੇ ਕੁ ਦਾ ਹੋਏਗਾ? ਸਰ ਪਤਾ ਕੀ ਹੈ ਕਿ ਸਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਕਦੇ ਇੰਟਰਨਲੀ ਕਿਹੜਾ ਕਿਤਨਾ ਬਿਜ਼ਨਸ ਕਰ ਰਿਹਾ ਉੱਥੇ ਨਹੀਂ ਜਾਂਦੀ। ਸਾਨੂੰ ਕੋਈ ਆਈਡੀਆ ਨਹੀਂ ਹੁੰਦਾ ਕਿ ਕਿੰਨਾ, ਬਟ ਹਾਂ ਇਨ ਕਰੋੜਸ ਅਸੀਂ ਬਿਜ਼ਨਸ ਕਰਦੇ ਹਾਂ ਔਰ ਇਨ ਕਰੋੜ ਅਸੀਂ GST ਗਵਰਨਮੈਂਟ ਨੂੰ ਪੇ ਵੀ ਕਰਦੇ ਹਾਂ। ਮਤਲਬ ਅਸੀਂ ਕੋਈ ਐਗਜ਼ੈਕਟ ਨਹੀਂ ਕਹਿ ਸਕਦੇ। ਦੇਖੋ ਕਈਆਂ ਦੇ ਦਿਨ ਦੀ ਲੱਖਾਂ ਸੇਲ ਹੈ, ਕਿ ਅਸੀਂ 5 ਲੱਖ ਵੀ ਹੈ, ਕੋਈ 10 ਲੱਖ ਵਾਲਾ ਵੀ ਹੈ, ਕੋਈ ਦਿਨ 'ਚ 50,000 ਵਾਲਾ ਵੀ ਹੈ। ਐਸਾ ਨਹੀਂ ਹੈ, ਕੋਈ 20,000 ਵਾਲਾ ਵੀ ਹੈ, ਕਿਉਂਕਿ 400 ਕੈਮਿਸਟ ਨੇ ਤਾਂ ਹਰ ਬੰਦੇ ਕੋਲੋਂ ਇੰਨਾ ਪੈਸਾ ਨਹੀਂ, ਇਨਵੈਸਟਮੈਂਟ ਨਹੀਂ ਜਿਨ੍ਹਾਂ ਨੇ ਪ੍ਰੋਪਰ ਇਨਵੈਸਟਮੈਂਟ ਲਗਾਈ ਹੈ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਡੇਲੀ ਇੱਥੇ ਕਰੋੜਾਂ ਦਾ ਬਿਜ਼ਨਸ ਹੈ। ਅਗਰ ਅਸੀਂ ਮੰਥਲੀ ਗੱਲ ਕਰੀਏ ਤਾਂ ਈਅਰਲੀ ਗੱਲ ਕਰੀਏ ਤਾਂ ਕੈਲਕੂਲੇਸ਼ਨ ਦਾ ਕੋਈ ਆਈਡੀਆ ਨਹੀਂ ਹੈ। ਬਟ ਸਾਡਾ ਇਹ ਹੈ ਕਿ ਜਿਹੜਾ ਵੀ ਸਾਡਾ ਇੱਥੇ ਹੋਲਸੇਲਰ ਹੈ, ਹਰ ਬੰਦਾ ਅੱਛੀ ਰੋਟੀ ਕਮਾ ਰਿਹਾ, ਆਪਣੇ ਐਮਪਲਾਈ ਨੂੰ ਵੀ ਉਹਦੇ ਸਾਰੇ ਬੱਚੇ ਸਾਰੇ ਬੜੇ ਤਰੀਕੇ ਨਾਲ ਪਲ ਰਹੇ ਨੇ। ਇਹ ਅਸੀਂ ਕਹਿਣਾ ਚਾਹੁੰਦੇ ਹਾਂ। ਸਰ ਇੱਕ ਚੀਜ਼ ਹੋਰ ਪਿੱਛੇ ਜੇ ਵੇਖਣ ਨੂੰ ਮਿਲੀ ਹੈ ਕਿ ਜਿਹੜਾ ਇੱਕ ਕੱਚੀਆਂ ਪਰਚੀਆਂ ਦੇ ਥਰੂ ਜਿਹੜਾ ਕੰਮ ਕੀਤਾ ਜਾਂਦਾ ਵਾ ਉਸ ਦਾ ਵੀ ਬੜਾ ਜਿਹੜਾ ਸੰਗਿਆਨ ਲੱਤਾ ਜਾ ਰਿਹਾ ਵੀ ਜਿੰਨੀਆਂ ਵੀ ਮਤਲਬ ਕੱਚੀਆਂ ਪਰਚੀਆਂ ਦੇ ਉੱਤੇ ਹੀ ਜਿਹੜੇ ਬਿਜ਼ਨਸ ਹੈ ਕੀਤੇ ਜਾ ਰਹੇ ਨੇ। ਨਹੀਂ ਦੇਖੋ ਮੇਰੀ ਗੱਲ ਸੁਣੋ, ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜਿੰਨੇ ਵੀ ਸਾਡੇ ਹੋਲਸੇਲਰ ਨੇ, ਠੀਕ ਹੈ, ਸਾਡਾ ਮਾਲ ਸਿੱਧਾ ਕੰਪਨੀ ਤੋਂ ਡਾਇਰੈਕਟ ਆਉਂਦਾ ਔਰ ਬਿੱਲ ਤੇ ਆਉਂਦਾ। ਤੁਸੀਂ ਹੁਣ ਵੀ ਦੇਖੋਗੇ, ਆਹ ਦੇਖੋ ਇਹ ਵੀ ਬੰਦਾ ਲੈ ਕੇ ਜਾ ਰਿਹਾ, ਇਹਨੂੰ ਚੈੱਕ ਕਰੋ, ਬਿੱਲ ਹੋਏਗਾ, ਪਰ ਉਹ ਲੈ ਕੇ ਜਾ ਰਿਹਾ ਬੰਦਾ, ਉਹਦੇ ਨਾਲ ਬਿੱਲ ਹੋਏਗਾ। ਸਾਡਾ ਮਾਲ ਸਾਰਾ ਬਿੱਲ ਤੇ ਹੈ, ਠੀਕ ਹੈ। ਹੁਣ ਕੋਈ ਕੈਮਿਸਟ ਆ ਗਿਆ, ਉਹਨੂੰ ਅਰਜੈਂਟ ਲੋੜ ਹੈ ਤਾਂ ਉਹਨੇ ਕਿਹਾ ਸਾਡੀ ਪਰਚੀ ਲਗਾ ਲਓ ਜੀ, ਬਿੱਲ ਮੇਰਾ ਸ਼ਾਮੀ ਕੱਟ ਦੇਣਾ। ਤਾਂ ਐਸਾ ਨਹੀਂ ਹੈ ਕਿ ਅਸੀਂ ਬਗੈਰ ਅਗਰ ਪਰਚੀਆਂ 'ਤੇ ਕੰਮ ਕਰਾਂਗੇ ਅਸੀਂ ਬੈਂਕ ਕਿੱਥੋਂ ਕਰਾਂਗੇ। ਇਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਅੱਜ ਜਦ ਦਾ GST ਲੱਗਿਆ ਤੇ ਕੱਚੀ ਪਰਚੀਆਂ ਦਾ ਕੰਮ ਤਾਂ ਆਲਰੇਡੀ ਖਤਮ ਹੋ ਗਿਆ। ਅਸੀਂ ਜਿਹੜਾ ਕੰਮ ਬਿਜ਼ਨਸ ਕਰਦੇ ਹਾਂ, ਅਗਰ ਅੱਜ ਮੈਂ ਦਿਨ ਦਾ ਮੇਰਾ 1 ਲੱਖ ਦਾ ਮਾਲ ਆਉਂਦਾ, ਅਗਰ ਮੈਂ 1 ਲੱਖ ਦੀ ਸੇਲ ਕਰਦਾ, ਮੈਂ ਸੇਲ ਤਾਂ ਸ਼ੋਅ ਕਰਾਂਗਾ ਤਾਂ ਹੀ ਮੈਂ ਅਗਲੇ ਦੇ ਚੈੱਕ ਕਲੀਅਰ ਕਰਾਵਾਂਗਾ ਕਿ ਸਾਡਾ ਆਨਲਾਈਨ ਹੈ ਸਾਰਾ। ਅਸੀਂ ਕੰਪਨੀ ਨੂੰ ਪੈਸਾ ਦੇਣਾ ਕਿੱਥੋਂ ਦੇਵਾਂਗੇ?
ਅਗਰ ਪਰਚੀਆਂ ਤੇ ਦੇਾਂਗੇ ਸਾਡਾ ਬੈਂਕ ਕਿੱਦਾਂ ਕਵਰ ਹੋਏਗਾ? ਇਹ ਤਾਂ ਸਿਰਫ ਇੱਕ ਲੋਕਾਂ ਦੇ ਮਨ ਵਿੱਚ ਭਰਮ ਪਾਇਆ ਜਾ ਰਿਹਾ। ਨਹੀਂ ਜੀ, ਕੱਚੀ ਪਰਚੀਆਂ ਦੇ ਕੰਮ ਹੁੰਦਾ, ਕਿੱਦਾਂ ਕੰਮ ਹੋ ਸਕਦਾ? ਸਾਨੂੰ ਕੋਈ ਆ ਕੇ ਸਮਝਾਏ ਤਾਂ ਸੀ, ਸਾਡੇ ਕੋਲ ਬੈਠੇ ਅਸੀਂ ਕਹਿੰਦੇ ਹਾਂ ਸਮਝਾ ਭਾਈ, ਆਹ ਦੇਖਾ ਸਾਡੇ ਕੋਲ ਰੋਜ਼ ਬਿਲਟੀਆਂ ਦੇ ਮਾਲ ਆਉਂਦਾ, ਚੈੱਕਾਂ ਤੇ ਪੈਸੇ ਜਾਂਦੇ ਨੇ, ਔਰ ਜਿਹੜੇ ਬੈਂਕ 'ਚ ਅਸੀਂ ਪੈਸੇ ਪਾਉਂਦੇ ਹਾਂ, ਜਦ ਤੱਕ ਅਸੀਂ ਸੇਲ ਪ੍ਰੋਪਰ ਨਹੀਂ ਕਰਾਂਗੇ ਅਸੀਂ ਕਿੱਥੋਂ ਸ਼ੋਅ ਕਰ ਲਾਂਗੇ? ਇਸ ਵਾਸਤੇ ਕੱਚੀ ਪਰਚੀਆਂ ਦਾ ਕੋਈ ਕੰਮ ਨਹੀਂ ਹੈ। ਸਿਰਫ ਕੱਚੀ ਪਰਚੀਆਂ ਇਹ ਹੈ ਕਿ ਜਿਹੜਾ ਸਾਡਾ ਇੱਥੇ ਕੈਮਿਸਟ ਆਉਂਦਾ ਲੈਣ, ਉਹ ਕਹਿੰਦਾ ਭਾਜੀ ਮੈਨੂੰ ਮਾਲ ਦਿਓ, ਮੈਨੂੰ ਕਾਹਲੀ ਹੈ, ਤੁਸੀਂ ਪਰਚੀ ਲਗਾ ਲਓ, ਬਿੱਲ ਮੇਰਾ ਸ਼ਾਮੀ ਕੱਟ ਕੇ ਮੈਨੂੰ ਭੇਜ ਦੇਣਾ, ਅਸੀਂ ਉਹਨੂੰ ਬਿੱਲ ਭੇਜ ਦਿੰਦੇ ਹਾਂ, ਦੈਟਸ ਓਕੇ। ਸੋ ਲਾਈਫ ਲਾਈਨ ਜਿਹਨੂੰ ਕਿਹਾ ਜਾਂਦਾ ਵਾ, ਜਦੋਂ ਪੇਸ਼ੈਂਟਸ ਦੀ ਕਿਸੇ ਦੀ ਲਾਈਫ ਹੈ ਅਟਕੀ ਪਈ ਹੁੰਦੀ ਹੈ ਤਾਂ ਉਹਨੂੰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ, ਤਾਂ ਇਮੀਡੀਏਟਲੀ ਦਵਾਈਆਂ ਪ੍ਰੋਵਾਈਡ ਕਰਨਾ ਇਹਨਾਂ ਦੇ ਵੱਲੋਂ ਫਰਜ਼ ਸਮਝਿਆ ਜਾਂਦਾ। ਉਸ ਵੇਲੇ ਬਿੱਲ ਦੀ ਪਰਵਾਹ ਨਹੀਂ ਕੀਤੀ ਜਾਂਦੀ, ਔਰ ਜਿੱਦਾਂ ਆਰਡਰ ਆਉਂਦਾ ਇਹਨਾਂ ਦੇ ਵੱਲੋਂ, ਜਿਵੇਂ ਦੱਸਿਆ ਜਾਂਦਾ ਕਿ ਐਮਰਜੈਂਸੀ 'ਚ ਜਦੋਂ ਕੋਈ ਕਹਿੰਦਾ ਤਾਂ ਵੀ ਭਾਈ ਪਰਚੀ ਲਾ ਲਓ ਸਾਡੀ, ਬਿੱਲ ਕੱਟ ਦਿਓ ਸ਼ਾਮ ਨੂੰ, ਲੇਕਿਨ ਪੇਸ਼ੈਂਟ ਤੱਕ ਦਵਾਈ ਪਹੁੰਚਾਉਣਾ ਬਹੁਤ ਜ਼ਰੂਰੀ ਹੁੰਦਾ ਵਾ। ਸੋ ਚਾਵਲਾ ਸਾਹਿਬ ਕੋਲ ਫਿਰ ਚੱਲਦੇ ਹਾਂ ਸਰ, ਜਿੰਨੇ ਵੀ तमाम ਮੁੱਦੇ ਆਪਾਂ ਡਿਸਕਸ ਕੀਤੇ ਆ ਡਰੱਗ ਪਾਲਿਸੀ ਨੂੰ ਲੈ ਕੇ, ਜਾਂ ਤੁਹਾਡਾ ਇਲੈਕਸ਼ਨਸ ਦਾ ਤਾਂ ਚਲੋ ਅਸੀਂ ਸਮਝ ਸਕਦੇ ਹਾਂ ਕਿ ਨੈਕਸਟ ਡੇਟ ਅਨਾਉਂਸ ਹੋਏਗੀ, ਪਤਾ ਚੱਲ ਜਾਏਗਾ, ਲੇਕਿਨ ਡਰੱਗ ਪਾਲਿਸੀ ਨੂੰ ਲੈ ਕੇ ਤੁਸੀਂ ਕੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਦੇਖੋ, ਇਹ ਜਿਹੜੀ ਡਰੱਗ ਪਾਲਿਸੀ ਹੈ ਅਸੀਂ ਪੰਜਾਬ ਲੈਵਲ ਤੇ ਲਈ ਹੈ, ਬੀਇੰਗ ਏ ਜਨਰਲ ਸੈਕਟਰੀ ਆਫ ਪੰਜਾਬ ਕੈਮ ਐਸੋਸੀਏਸ਼ਨ। ਸਾਡੇ ਸਾਰੇ ਡਿਸਟ੍ਰਿਕਟ ਨੂੰ ਅਸੀਂ ਇਨਵੇ ਕਰਦਾ ਮੈਮੋਰੰਡਮ, ਜਿਹੜੇ 117 ਦੇ 17 MLA ਨੇ, ਜਿਹੜੇ ਵੀ ਸਾਡੇ ਡਿਸਟ੍ਰਿਕਟ ਕੰਸਟੀਟਿਊਂਸੀ ਪੈਂਦੇ ਨੇ, ਉਹ 20 ਸਤੰਬਰ ਤੱਕ ਸਭ ਨੂੰ ਅਸੀਂ ਆਪਣੇ ਮੈਮੋਰੰਡਮ ਦੇਣੇ ਨੇ। ਉਸ ਤੋਂ ਬਾਅਦ ਅਗਰ ਫਿਰ ਵੀ ਗਵਰਨਮੈਂਟ ਸਾਡੀ ਨਹੀਂ ਸੁਣਦੀ, ਅਸੀਂ ਹੈਲਥ ਮਿਨਿਸਟਰ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਬੁਲਾ ਕੇ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਤੇ ਸਾਡੇ ਵਿਊਜ਼ ਲਏ ਜਾਣ। ਅਗਰ ਫਿਰ ਵੀ ਸਾਡੀ ਨਹੀਂ ਸੁਣਦੇ ਤਾਂ 20 ਤਰੀਕ ਤੋਂ ਬਾਅਦ ਅਸੀਂ ਇੱਕ ਧਰਨਾ ਲਾਵਾਂਗੇ FDA ਕਮਿਸ਼ਨਰ ਜਿਹੜਾ ਮੁਹਾਲੀ ਉਹਨਾਂ ਦਾ ਆਫਿਸ ਆ ਉੱਥੇ। ਅਗਰ ਫਿਰ ਵੀ ਸਾਡੀ ਨਹੀਂ ਸੁਣੀ ਜਾਂਦੀ, ਫਿਰ ਸਾਨੂੰ ਸਟ੍ਰਾਈਕ ਦੀ ਸਿਵਾਏ ਸਾਡੇ ਕੋਲ ਕੋਈ ਹੋਰ ਸੋਲੂਸ਼ਨ ਨਹੀਂ ਆਏਗਾ। ਫਿਰ ਅਸੀਂ ਹੋ ਸਕਦਾ 1 ਦਿਨ ਦੀ ਸਟ੍ਰਾਈਕ ਦੀ ਕਾਲ ਦਈਏ, 2 ਦਿਨ ਦੀ ਦਈਏ, ਜਾਂ ਇੰਡੈਫੀਨਿਟ ਦਈਏ, ਬਟ ਅਸੀਂ ਧਾਰ ਲਿਆ, ਅਸੀਂ ਕਾਰਪੋਰੇਟ ਨੂੰ ਪੰਜਾਬ ਵਿੱਚ ਐਂਟਰ ਨਹੀਂ ਹੋਣ ਦਿਆਂਗੇ ਐਟ ਐਨੀ ਕੋਸਟ। ਸੋ ਇਹ ਸਨ ਚਾਵਲਾ ਸਾਹਿਬ, ਜੋ ਕਿ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ, ਔਰ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਵਿੱਚ, ਔਰ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਿੱਚ ਜਨਰਲ ਸੈਕਟਰੀ ਨੇ। ਔਰ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਡਰੱਗ ਪਾਲਿਸੀ ਦੇ ਅਧੀਨ ਜਿਹੜੀਆਂ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ, ਔਰ ਕਾਰਪੋਰੇਟ ਘਰਾਣੇ ਦੀ ਜਿਹੜੀ ਡਾਇਰੈਕਟ ਐਂਟਰੀ ਹੋ ਰਹੀ ਹੈ ਬੈਕਡੋਰ ਤੋਂ, ਉਸ ਦੇ ਖਿਲਾਫ ਵੀ ਸੈਪਟੰਬਰ ਨੂੰ 117 MLAs ਨੂੰ ਜਿਹੜੇ ਮੈਮੋਰੰਡਮ ਦਿੱਤੇ ਜਾਣਗੇ। ਅਗਰ ਫਿਰ ਵੀ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਇੱਕ FDA ਮੋਹਾਲੀ FDA ਦਫ਼ਤਰ ਦੇ ਵਿੱਚ, ਮੋਹਾਲੀ ਕਮਿਸ਼ਨਰ ਸਾਹਿਬ ਦੇ ਜਿਹੜਾ FDA ਦਾ ਦਫ਼ਤਰ ਹੈ, ਉੱਥੇ ਧਰਨਾ ਦਿੱਤਾ ਜਾਵੇਗਾ। ਅਗਰ ਫਿਰ ਵੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਸਟ੍ਰਾਈਕ ਕੀਤੀ ਜਾਵੇਗੀ। ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਪਿੰਡੀ ਸਟਰੀਟ, ਜੋ ਕਿ ਨਾਰਥ ਇੰਡੀਆ ਦੀ ਸੈਕੰਡ ਬਿਗੇਸਟ ਮਾਰਕੀਟ ਹੈ ਆਫਟਰ ਦਿੱਲੀ, ਔਰ 400 ਤੋਂ ਵੱਧ ਜਿਹੜੀਆਂ ਸ਼ਾਪਸ ਨੇ ਇੱਥੇ, ਔਰ ਦਵਾਈਆਂ ਦੀ ਮੇਨ ਮਾਰਕੀਟ ਮੰਨੀ ਜਾਂਦੀ ਹੈ, ਨਾ ਕੇਵਲ ਪੰਜਾਬ ਬਲਕਿ ਆਲੇ ਦੁਆਲੇ ਦੀਆਂ ਸਟੇਟਸ ਦੇ ਜਿਹੜੇ ਵਪਾਰੀ ਨੇ ਉਹ ਵੀ ਆ ਕੇ ਇੱਥੋਂ ਦਵਾਈਆਂ ਪਰਚੇਜ਼ ਕਰਕੇ ਲੈ ਕੇ ਜਾਂਦੇ ਨੇ। ਔਰ ਕਰੋਨਾ ਕਾਲ ਦੇ ਦੌਰਾਨ ਇਸ ਮਾਰਕੀਟ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਰਿਹਾ ਵਾ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅਸੀਂ ਮੌਜੂਦ ਹਾਂ ਪਿੰਡੀ ਸਟਰੀਟ ਦੇ ਵਿੱਚ, ਜੋ ਕਿ ਦਿੱਲੀ ਤੋਂ ਬਾਅਦ ਦਵਾਈਆਂ ਦਾ ਸਭ ਤੋਂ ਵੱਡਾ ਬਾਜ਼ਾਰ ਮੰਨਿਆ ਜਾਂਦਾ ਨਾਰਥ ਇੰਡੀਆ ਦਾ। ਔਰ ਇਸ ਤਸਵੀਰ ਨੂੰ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਰੁਜ਼ਗਾਰ ਹੈ ਜਿਹੜਾ ਕਿੰਨਾ ਕੁ ਇੱਥੋਂ ਜਿਹੜਾ ਇੰਪਲਾਈਮੈਂਟ ਹੈ ਜਿਹੜੀ ਜਨਰੇਟ ਕੀਤੀ ਜਾਂਦੀ ਹੈ। ਹਾਲਾਂਕਿ ਡਾਬਰ ਸਾਹਿਬ ਕੋਲੇ ਚੱਲਦੇ ਹਾਂ, ਔਰ ਰੁਜ਼ਗਾਰ ਹੈ ਜਿਹੜਾ ਉਹ ਵੀ ਤਸਵੀਰ ਹੈ ਤੁਹਾਨੂੰ ਦਿਖਾਣੀ ਚਾਹਾਂਗੇ ਕਿ ਕਿਸ ਤਰ੍ਹਾਂ ਜਿਹੜਾ ਰੁਜ਼ਗਾਰ ਹੈ ਮੁਹੱਈਆ ਹੁੰਦਾ ਹੈ ਸਟਰੀਟ ਤੋਂ। ਨਾ ਕੇਵਲ ਦੁਕਾਨਦਾਰ ਨੇ ਬਲਕਿ ਉਹਨਾਂ ਦੇ EMPLOYE, ਰੇੜੇ ਵਾਲਾ, ਰਿਕਸ਼ੇ ਵਾਲਾ, तमाम ਲੋਕ ਨੇ ਜਿਹੜੇ ਇਸ ਮਾਰਕੀਟ ਤੇ ਡਿਪੈਂਡ ਨੇ। ਔਰ ਪਿਛਲੇ ਦਿਨੀ ਜਿਹੜੀ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਇਲੈਕਸ਼ਨ ਨੂੰ ਲੈ ਕੇ ਜਿਹੜੀ ਆਪਸੀ ਜਿਹੜੀ ਇਹਨਾਂ ਦੀ ਤਕਰਾਰ ਦੇਖਣ ਨੂੰ ਮਿਲੀ ਸੀ, ਉਹ ਅੱਜ ਉਹ ਖਤਮ ਹੋ ਚੁੱਕੀ ਹੈ। ਔਰ ਆਪਸੀ ਅੰਡਰਸਟੈਂਡਿੰਗ ਹੈ, ਭਾਈਚਾਰਕ ਸਾਂਝ ਦੇ ਨਾਲ ਉਹ ਤਕਰਾਰ ਹੈ ਖਤਮ ਹੋ ਗਈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਪੋਸਟਪੋਨ ਹੋ ਚੁੱਕੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਨਾਉਂਸਮੈਂਟ ਹੋਵੇਗੀ ਕਿ ਤਰੀਕਾਂ ਕੀ ਰਹਿਣਗੀਆਂ ਉਹਦੀਆਂ। ਹਾਲਾਂਕਿ ਡਾਬਰ ਸਾਹਿਬ ਪ੍ਰੈਜ਼ੀਡੈਂਟ ਨੇ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਔਰ ਵਰਕਿੰਗ ਪ੍ਰੈਜ਼ੀਡੈਂਟ ਨੇ ਲੁਧਿਆਣਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ, ਔਰ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਿੱਚ ਜਿਹੜੇ ਅਸ਼ੋਕ ਡਾਬਰ ਲਵਲੀ ਨੇ ਵਾਈਸ ਪ੍ਰੈਜ਼ੀਡੈਂਟ ਨੇ। ਸਿੱਧਾ ਉਹਨਾਂ ਕੋਲ ਚੱਲਦੇ ਹਾਂ। ਲਵਲੀ ਜੀ, ਇਲੈਕਸ਼ਨ ਅਨਾਉਂਸ ਹੋ ਕੇ ਫਿਰ ਕੈਂਸਲ ਹੋਏ, ਪੋਸਟਪੋਨ ਹੋਏ, ਔਰ ਜਦ ਕਿ ਜਿਹੜੀ ਦੁਹਾਈ ਦਿੱਤੀ ਜਾ ਰਹੀ ਹੈ ਕਿ ਆਪਸੀ ਭਾਈਚਾਰਕ ਸਾਂਝ ਸ਼ੁਰੂ ਤੋਂ ਇੱਥੇ ਬਣਦੀ ਰਹੀ ਹੈ, ਔਰ ਉਸੇ ਦੇ ਮੱਦੇ ਨਜ਼ਰ ਇਲੈਕਸ਼ਨ ਪੋਸਟਪੋਨ ਹੋਏ ਨੇ। ਜੇ ਪੋਸਟਪੋਨ ਹੀ ਕਰਨੇ ਸੀ ਤਾਂ ਅਨਾਉਂਸ ਕਿਉਂ ਹੋਏ? ਇਲੈਕਸ਼ਨ ਆਪਾਂ ਅਨਾਉਂਸ ਕੀਤੇ ਸੀ ਕਿਉਂਕਿ 8 ਸਾਲ ਹੋ ਗਏ ਹੈ ਇੱਥੇ ਬਿਨਾਂ ਇਲੈਕਸ਼ਨ ਹੋਏ ਸਿਲੈਕਟਡ ਆਪਾਂ ਆ ਰਹੇ ਸੀਗੇ। ਮੈਂ ਪਿਛਲੇ 2 ਸਾਲ ਤੋਂ ਮੈਂ ਹੈਗਾ, ਉਸ ਤੋਂ ਪਹਿਲੇ ਸਾਡੇ ਚਾਵਲਾ ਹੀ ਸੀਗੇ। ਤੇ ਭਾਈਚਾਰਾ ਸਾਡਾ ਇੰਨਾ ਸਟਰੋਂਗ ਹੈ ਵੀ ਜਦੋਂ ਵੀ ਇਲੈਕਸ਼ਨ ਅਸੀਂ ਅਨਾਉਂਸ ਕਰਦੇ ਹਾਂ
ਤੇ ਕੈਂਡੀਡੇਟ ਸਾਹਮਣੇ ਇੱਕ ਦੂਜੇ ਦੇ ਅੱਗੇ ਖੜਦਾ ਹੀ ਨਹੀਂ ਕੋਈ। ਅਸੀਂ ਆਪਸ 'ਚ ਬੈਠ ਕੇ ਭਾਈਚਾਰੇ ਨਾਲ ਪ੍ਰਧਾਨ ਚੁਣ ਲੈਂਦੇ ਹਾਂ ਤੇ ਉਹੀ ਚੀਜ਼ ਹੁਣ ਫਿਰ ਦੁਬਾਰਾ ਉਹੀ ਦੇਖਣ ਨੂੰ ਆਈ। ਪਹਿਲੇ ਵੀ 2 ਵਾਰੀ ਅਸੀਂ ਇਲੈਕਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਇਲੈਕਸ਼ਨ ਹੁੰਦੇ ਨਹੀਂ ਇੱਥੇ, ਕਿਉਂਕਿ ਉਹਦਾ ਰੀਜ਼ਨ ਇਹ ਨਹੀਂ ਹੈ ਕਿ ਕੋਈ ਸਾਡਾ ਕੋਈ ਗੇਮ ਖੇਡਦਾ, ਗੇਮ ਵਾਲੀ ਗੱਲ ਨਹੀਂ ਹੈ, ਲੇਕਿਨ ਭਾਈਚਾਰਾ ਸਾਡਾ ਹੈਗਾ। ਅਸੀਂ ਆਪਸ ਇੱਕ ਦੂਜੇ ਦੇ ਸਾਹਮਣੇ ਨਾਲ ਲੜ ਹੀ ਨਹੀਂ ਸਕਦੇ। ਸਾਡੀ ਐਸੋਸੀਏਸ਼ਨ ਲੁਧਿਆਣਾ ਛੱਡੋ ਪੰਜਾਬ ਪੂਰੇ 'ਚ ਨੰਬਰ 1 ਐਸੋਸੀਏਸ਼ਨ ਹੈ। ਨਾ ਇਹਦੇ ਕੋਈ 2 ਪਾਰਟ ਹੈ, ਨਾ ਕੋਈ 2 ਵਿੰਗ ਹੈ, ਇੱਕੋ ਹੀ ਐਸੋਸੀਏਸ਼ਨ ਹੈ। ਬਾਕੀ ਸ਼ਹਿਰਾਂ 'ਚ 2-2 3-3 ਐਸੋਸੀਏਸ਼ਨਾਂ ਹੈਗੀਆਂ। ਟੱਚਵੁੱਡ ਇੱਥੇ ਇੱਕੋ ਹੀ ਐਸੋਸੀਏਸ਼ਨ ਚੱਲ ਰਹੀ ਹੈ ਔਰ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਕਾਇਮ ਹੈ। ਉਸੇ ਕਾਰਨ ਹੀ ਇਹ ਅੱਜ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਭਰਨੇ ਸੀ ਫਾਰਮ ਹਾਲੇ ਫਾਰਮ ਵੀ ਨਹੀਂ ਭਰੇ ਸੀਗੇ ਤੇ ਸਾਰੇ ਆਪਸ 'ਚ ਬੈਠ ਕੇ ਜੀ ਮਿਲ ਕੇ ਇਹ ਡਿਸਾਈਡ ਕੀਤਾ ਕਿ ਭਾਈਚਾਰੇ ਨੂੰ ਕਾਇਮ ਕਰਦੇ ਹੋਏ ਇਹਨੂੰ ਇੱਦਾਂ ਹੀ ਕੰਟੀਨਿਊ ਕਰਦੇ ਹੋਏ ਫਿਰ ਦੁਬਾਰਾ ਪੁਰਾਣੀ ਟੀਮ ਹੀ ਇਹਨੂੰ ਕੰਟੀਨਿਊ ਕਰੇਗੀ। ਸਰ ਜਿਹੜੀ ਤੁਹਾਡੀ ਇਹ ਐਸੋਸੀਏਸ਼ਨ ਬਿਲਡ ਕੀਤੀ ਜਾਂਦੀ ਹੈ, ਕੰਮ ਕੀ ਹੁੰਦੇ ਨੇ? ਕੈਮਿਸਟ ਐਸੋਸੀਏਸ਼ਨ ਦੇ ਕੰਮ ਕੀ ਹੁੰਦੇ ਨੇ? ਕੈਮਿਸਟ ਐਸੋਸੀਏਸ਼ਨ ਦੇ ਕੰਮ ਜਿਹੜੇ ਹੁੰਦੇ ਆ, ਜਿਵੇਂ ਕਿਸੇ ਕੈਮਿਸਟ ਦਾ ਕਿਸੇ ਕੰਪਨੀ ਨਾਲ ਕੋਈ ਡਿਸਪਿਊਟ ਹੈ, ਕਿਸੇ ਕੰਪਨੀ ਦਾ ਕੋਈ ਕੈਮਿਸਟ ਨਾਲ ਡਿਸਪਿਊਟ ਹੈ, ਕਿਸੇ ਕਸਟਮਰ ਦਾ ਰਿਟੇਲਰ ਦਾ ਹੋਲਸੇਲਰ ਨਾਲ ਡਿਸਪਿਊਟ ਹੈ, ਹੋਲਸੇਲਰ ਦਾ ਰਿਟੇਲਰ ਨਾਲ ਡਿਸਪਿਊਟ ਹੈ, ਉਹ ਸਾਰੇ ਅਸੀਂ ਸੋਲਵ ਕਰਦੇ ਹਾਂ ਤੇ ਭਾਈਚਾਰੇ ਨਾਲ ਸੋਲਵ ਹੁੰਦੇ ਆ। ਕੰਪਨੀਆਂ ਵੀ ਸਾਡੀ ਗੱਲ ਸੁਣਦੀਆਂ, ਰਿਟੇਲਰ ਵੀ ਸਾਡੀ ਗੱਲ ਸੁਣਦੇ ਆ। ਅਸੀਂ ਮਤਲਬ ਹੋਲਸੇਲਰ ਕੋਈ ਇਸ਼ੂ ਆ ਜਾਂਦਾ, ਅਸੀਂ ਰਿਟੇਲਰ ਦੀ ਗੱਲ ਸੁਣ ਕੇ ਉਹਨਾਂ ਦਾ ਇਸ਼ੂ ਸੋਲਵ ਕਰਦੇ ਹਾਂ ਜੀ। ਸਰ ਚਾਵਲਾ ਸਾਹਿਬ ਨੂੰ ਇੰਟਰਵਿਊ ਕੀਤਾ ਹੁਣੀ, ਡਰੱਗ ਪਾਲਿਸੀ ਦੇ ਬਾਰੇ ਉਹਨਾਂ ਨੇ ਕਾਫੀ ਆਬਜੈਕਸ਼ਨਸ ਕੀਤੇ ਨੇ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਜਿਹੜੇ ਲੋਕ ਬੀ ਫਾਰਮੇਸੀ ਜਾਂ ਡੀ ਫਾਰਮੇਸੀ ਕਰਕੇ ਆਉਂਦੇ ਆ ਉਹਨਾਂ ਨੂੰ ਜਿਹੜੇ ਲਾਇਸੈਂਸ ਦਿੱਤੇ ਜਾਂਦੇ ਆ ਦੁਕਾਨਾਂ ਖੋਲ੍ਹਣ ਦੀਆਂ, ਦਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ, ਉਹਨਾਂ ਨੂੰ ਤਾਂ ਕਾਫੀ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਪੈਂਦੇ ਆ, ਬਟ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਡਾਇਰੈਕਟ ਐਂਟਰੀ ਦਿੱਤੀ ਜਾ ਰਹੀ ਹੈ। ਬਿਲਕੁਲ ਉਸ ਚੀਜ਼ ਤੋਂ ਬੜੇ ਪਰੇਸ਼ਾਨ ਹਾਂ ਅਸੀਂ ਪੰਜਾਬ ਲੈਵਲ ਤੇ ਐਜੂਕੇਸ਼ਨ ਕਰ ਰਹੇ ਹਾਂ। ਕੁਝ ਨਵੀਆਂ ਚੇਂਜ ਆ ਰਹੀਆਂ ਬਿਨਾਂ ਫਾਰਮੈਲਿਟੀ ਕੀਤੇ। ਸਾਡੇ ਵਾਸਤੇ ਕੰਡੀਸ਼ਨਾਂ ਬਹੁਤ ਹੈ, ਸਾਡੇ ਵਾਸਤੇ ਬਹੁਤ ਜ਼ਿਆਦਾ ਕੰਡੀਸ਼ਨਾਂ, ਜਿਵੇਂ 100 ਮੀਟਰ ਤੋਂ ਇਨ ਬਿਟਵੀਨ ਅਸੀਂ ਦੁਕਾਨ ਨਹੀਂ ਖੋਲ੍ਹ ਸਕਦੇ, ਇੱਕ ਦੁਕਾਨ ਤੋਂ ਦੂਸਰੀ ਦੁਕਾਨ 100 ਮੀਟਰ ਹੋਵੇ, ਲੇਕਿਨ ਕਾਰਪੋਰੇਟ ਘਰਾਣੇ ਵਾਸਤੇ ਕੋਈ ਕੰਡੀਸ਼ਨ ਨਹੀਂ ਹੈ। ਉਹਨਾਂ ਦੇ ਅਨਐਜੂਕੇਟਡ ਬੰਦਿਆਂ ਨੂੰ ਵੀ ਦੁਕਾਨਾਂ ਖੋਲ੍ਹ ਕੇ ਦੇ ਰਹੇ ਹੈ ਔਰ ਲਾਇਸੈਂਸ ਸਾਨੂੰ ਇਸ਼ੂ ਕਰਨ ਵਾਸਤੇ ਬਹੁਤ ਫਾਰਮੈਲਿਟੀਜ਼ ਹੈ ਔਰ ਕਾਰਪੋਰੇਟ 'ਚ ਇਕੱਠੇ 10-10 ਲਾਇਸੈਂਸ ਇਸ਼ੂ ਕਰ ਰਹੇ ਹੈ, ਉਹਨਾਂ ਵਾਸਤੇ ਕੋਈ ਫਾਰਮੈਲਿਟੀ ਜ਼ਿਆਦਾ ਕੀਤੀ ਨਹੀਂ ਜਾ ਰਹੀ। ਸਾਡੇ ਘਰਾਣਿਆਂ ਨੂੰ ਖਤਮ ਕਰਨ ਵਾਸਤੇ ਕਾਰਪੋਰੇਟ ਘਰਾਣਾ ਪੋਲਿਟਿਕਸ ਪੂਰੀ ਚੱਲ ਰਹੀ ਹੈ ਉੱਪਰਲੇ ਲੈਵਲ ਤੋਂ, ਬਿਲਕੁਲ ਗਲਤ ਹੈ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਜਾਣਨੀ ਚਾਹਾਂਗੇ, ਹਾਲਾਂਕਿ ਦੱਸਿਆ ਜਾ ਰਿਹਾ ਕਿ ਜਿਹੜੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਮੰਡੀ ਹੈ ਦਵਾਈਆਂ ਦੀ, ਪਿੰਡੀ ਸਟਰੀਟ ਹੈ, ਦਿੱਲੀ ਤੋਂ ਬਾਅਦ ਸੈਕੰਡ ਬਿਗੇਸਟ ਮਾਰਕੀਟ ਮੰਨੀ ਜਾਂਦੀ ਹੈ ਨਾ, ਤੇ ਕਿੱਥੋਂ ਲੋਕ ਆਉਂਦੇ ਨੇ ਜਿਹੜੇ ਔਰ ਕਿੱਦਾਂ ਦਾ ਰੁਜ਼ਗਾਰ ਹੈ। ਲੇਕਿਨ ਉਸ ਤੋਂ ਪਹਿਲਾਂ ਮੈਂ ਹਿਸਟਰੀ ਜਾਣਨੀ ਚਾਹਾਂਗਾ, ਪਿੰਡੀ ਸਟਰੀਟ ਦੀ ਹਿਸਟਰੀ ਕੀ ਹੈ? ਪਿੰਡੀ ਸਟਰੀਟ ਦੀ ਹਿਸਟਰੀ, ਜਦੋਂ ਦਾ ਦੇਸ਼ ਸਾਡਾ ਆਜ਼ਾਦ ਹੋਇਆ ਹੈ ਉਦੋਂ ਪਹਿਲੇ ਜਿਵੇਂ 60-70 ਤੋਂ ਪਹਿਲੇ ਮੇਰੇ ਬਰਥ ਤੋਂ ਪਹਿਲੇ ਵੀ ਦੁਕਾਨਾਂ ਇੱਥੇ ਸੀਗੀਆਂ, ਲੇਕਿਨ ਉਸ ਜਿਹੜੀ ਮਾਰਕੀਟ ਐਸਟੈਬਲਿਸ਼ ਹੋਈ ਹੈ ਉਹ 80 ਤੋਂ ਬਾਅਦ ਐਸਟੈਬਲਿਸ਼ ਹੋਣੀ ਸ਼ੁਰੂ ਹੋਈ ਹੈ, ਜਿਹਨਾਂ ਐਕਸਪੈਂਡ ਹੁੰਦੇ ਅੱਜ ਸਾਡਾ 500 ਤੋਂ ਉੱਪਰ ਹੋਲਸੇਲਰ ਮੈਂਬਰ ਹੋ ਚੁੱਕਾ ਹੈ। ਸਰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਡੇ ਕੈਮਿਸਟ ਐਸੋਸੀਏਸ਼ਨ ਦੇ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਨੇ? ਜਿਵੇਂ ਤੁਸੀਂ ਦੱਸਿਆ ਭਾਈਚਾਰਕ ਸਾਂਝ ਹੈ ਜਿਹੜੀ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਇਸੇ ਨੂੰ ਧਿਆਨ ਰੱਖਦੇ ਹੋਏ ਜਿਹੜੇ ਇਲੈਕਸ਼ਨ ਨੇ ਪੋਸਟਪੋਨ ਕੀਤੇ ਗਏ ਨੇ, ਕੀ ਮੈਸੇਜ ਦੇਣਾ ਚਾਹੋਗੇ ਸਭ ਨੂੰ? ਸਾਡਾ ਭਾਈਚਾਰਾ ਬਹੁਤ ਵਧੀਆ ਜੀ, ਟੱਚਵੁੱਡ ਇੱਦਾਂ ਹੀ ਰਹੇ। ਅਸੀਂ ਆਪਸ ਇੱਕ ਦੂਜੇ ਲਈ ਜਾਨ ਦੇਣ ਨੂੰ ਤਿਆਰ ਹਾਂ, ਸਾਰੇ ਇੱਕ ਦੂਜੇ ਦਾ ਪਿਆਰ ਆ ਸਾਡਾ, ਕੋਈ ਐਸੀ ਗੱਲ ਨਹੀਂ ਸਾਡੇ 'ਚ ਮਤਭੇਦ ਨਹੀਂ ਹੈ। ਇੱਕ ਮੋਹਰੀ ਬੰਦਾ ਅਸੀਂ ਬਣਾਈਦਾ, ਜਿਵੇਂ ਹੁਣ ਮੈਨੂੰ ਬਣਾਇਆ, ਪਹਿਲੇ ਚਾਵਲਾ ਹੀ ਸੀ, ਉਸ ਤੋਂ ਪਹਿਲੇ ਟਿੱਕਾ ਹੀ ਸੀਗੇ। ਅਸੀਂ ਇੱਕ ਮੋਹਰੀ ਬੰਦਾ ਬਣਾਈਦਾ ਤਾਂ ਕਿ ਸਾਡੀ ਪ੍ਰੋਬਲਮ ਨੂੰ ਅੱਗੇ ਸਾਹਮਣੇ ਪ੍ਰੈਜ਼ੈਂਟ ਕਰ ਸਕੇ ਔਰ ਇਸ ਭਾਈਚਾਰੇ ਨੂੰ ਬਣਾ ਕੇ ਰੱਖਣ ਵਾਸਤੇ ਹੀ ਆਪਾਂ ਜਿਹਦੇ ਇਲੈਕਸ਼ਨ ਕੈਂਸਲ ਕੀਤੇ ਹੈ ਔਰ ਈਸ਼ਵਰ ਕਰੇ ਸਾਡਾ ਭਾਈਚਾਰਾ ਇੱਦਾਂ ਹੀ ਬਣਿਆ ਰਹੇ ਔਰ ਇੱਕੋ ਐਸੋਸੀਏਸ਼ਨ ਰਹੇ। ਹਾਲਾਂਕਿ ਪੂਰੇ ਨਾਰਥ ਇੰਡੀਆ ਦੀ ਜਿੱਦਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਸੈਕੰਡ ਬਿਗੇਸਟ ਮਾਰਕੀਟ ਆਫਟਰ ਦਿੱਲੀ, ਅਗਰ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਰੁਜ਼ਗਾਰ ਹੈ ਇਸ ਮਾਰਕੀਟ ਤੋਂ ਮੁਹੱਈਆ ਹੁੰਦਾ ਵਾ? ਸਾਡੇ 500 ਮੈਂਬਰ ਹੈ ਜੀ, 500 ਮੈਂਬਰ ਦੇ ਪਰਿਵਾਰ, ਉਹਨਾਂ ਦੇ ਅੱਗੇ ਵਰਕਰ ਹੈ। ਹਰ ਬੰਦੇ ਕੋਲ ਘੱਟ ਤੋਂ ਘੱਟ ਐਵਰੇਜ 4 ਤੋਂ 5 ਵਰਕਰ ਹੈ, ਕਿਸੇ ਕੋਲ 20 25 ਵਰਕਰ ਵੀ ਹੈਗੇ ਆ। ਤੇ ਮੈਂ ਸਮਝਦਾ ਵੀ ਕੋਈ ਲਗਭਗ 5-7 ਹੈ। ਉਸ ਤੋਂ ਬਾਅਦ ਤੁਸੀਂ ਦੇਖਿਆ ਪਿੱਛੇ, ਤੁਸੀਂ ਕੈਮਰਾ ਘੁਮਾਓਗੇ ਕਿੰਨੇ ਬੰਦੇ ਇੱਥੇ ਰੋਜੀ ਰੋਟੀ ਚੱਲਦੀ ਹੈ। ਸ਼ਾਇਦ 10,000 ਬੰਦਾ ਇੱਥੋਂ ਰੋਜੀ ਰੋਟੀ ਖਾ ਰਿਹਾ, ਚਾਹੇ ਉਹ ਚਾਹ ਦਾ ਕੰਮ ਕਰ ਰਿਹਾ, ਚਾਹੇ ਰਿਕਸ਼ੇ ਦਾ ਕੰਮ ਕਰ ਰਿਹਾ, ਲੋਡਿੰਗ ਅਨਲੋਡਿੰਗ, ਲੇਬਰ, ਦੁਕਾਨ ਦੇ ਸਟਾਫ, ਦੁਕਾਨ ਦੇ ਅਕਾਊਂਟੈਂਟ, ਸਾਰੇ ਤੁਸੀਂ ਮਿਲਾ ਕੇ 10,000 ਬੰਦਾ ਪਿੰਡੀ ਗਲੀ 'ਚ ਰੋਜ਼ਗਾਰ ਚਲਾ ਰਿਹਾ ਜੀ। ਲਵਲੀ ਜੀ, ਸਮੱਸਿਆਵਾਂ ਦੀ ਜੇ ਗੱਲ ਕਰੀਏ, ਜਿਵੇਂ ਇਹ ਦੇਖ ਰਿਹਾ, ਤਾਰਾਂ ਦਿਖ ਰਹੀਆਂ ਨੇ, ਸੜਕਾਂ ਦਿਖ ਰਹੀਆਂ ਨੇ, ਪਿੰਡੀ ਸਟਰੀਟ ਦੀਆਂ ਸਮੱਸਿਆਵਾਂ ਕੀ ਨੇ? ਬਿਲਕੁਲ ਇਹ ਸਮੱਸਿਆ ਬੜੀ ਮੇਜਰ ਹੈਗੀ ਜੀ। ਪਿੰਡੀ ਗਲੀ 'ਚ ਸੀਵਰੇਜ ਦਾ ਸਿਸਟਮ ਬੜਾ ਪੁਰਾਣਾ ਹੈ, ਆਜ਼ਾਦੀ ਤੋਂ ਪਹਿਲੇ ਦਾ ਜਿਹੜਾ ਸੀਵਰੇਜ ਸਿਸਟਮ ਹੈ ਉਹੀ ਚੱਲਿਆ ਜਾ ਰਿਹਾ, ਉਹਨੂੰ ਚੇਂਜ ਨਹੀਂ ਕੀਤਾ ਜਾ ਰਿਹਾ। ਸੜਕਾਂ ਦੀ ਮਾਲੀ ਹਾਲਤ ਬਹੁਤ ਮਾਲੀ ਹੈ, ਬਹੁਤ ਜ਼ਿਆਦਾ ਬੇਕਾਰ ਸੜਕਾਂ ਹੈ ਔਰ ਬਿਜਲੀ ਮਹਿਕਮਾ ਤਾਂ ਸਾਡਾ ਇੰਨਾ ਸਿਰਦਰਦ ਹੋ ਚੁੱਕਾ ਹੈ। ਤੁਸੀਂ ਅਗਰ ਨਿਗਾਹ ਮਾਰੋ, ਕੈਮਰਾ ਘੁਮਾਓ ਤਾਂ ਤਾਰਾਂ ਦਾ ਜੰਜਾਲ ਹੈ। ਕਿਸੇ ਟਾਈਮ ਵੀ ਇਹਨਾਂ ਦੇ
ਇੰਨੀ ਮਿਸ ਹੈਪਨਿੰਗ ਹੋ ਸਕਦੀ ਔਰ ਕਈ ਵਾਰੀ ਅੱਗ ਲੱਗ ਚੁੱਕੀ ਹੈ। ਕਈ ਸਾਡੀਆਂ 8-10 ਦੁਕਾਨਾਂ ਬਿਜਲੀ ਸ਼ਾਰਟ ਸਰਕਟ ਕਰਕੇ ਸੜ ਚੁੱਕੀਆਂ। ਅਸੀਂ ਬੜੀ ਵਾਰ ਕੰਪਲੇਂਟ ਕਰਦੇ ਹਾਂ, ਆਉਂਦੇ ਆ 2 ਤਾਰਾਂ ਬੰਨ੍ਹ ਕੇ ਚਲੇ ਜਾਂਦੇ ਆ, ਫਿਰ ਉੱਦਾਂ ਦਾ ਉੱਦਾਂ ਹੀ ਸਾਰਾ ਰਹਿੰਦਾ। ਹੁਣ ਵੀ ਤੁਸੀਂ ਦੇਖੋ ਪਿੱਛੇ ਬਿਜਲੀ ਵਾਲੇ ਲੱਗੇ ਹੋਏ ਆ, ਉਹ ਸਪਾਰਕ ਹੋ ਰਹੀ ਉੱਥੇ ਤੇ ਉਹ ਚੱਲਦਾ ਰਹਿੰਦਾ ਇਹਨਾਂ ਦਾ। ਬਿਜਲੀ ਦੇ ਪ੍ਰੋਬਲਮ ਬਹੁਤ ਜ਼ਿਆਦਾ ਹੈ, ਸੜਕਾਂ ਦੀ ਪ੍ਰੋਬਲਮ ਐਕਚੁਅਲ 'ਚ ਜ਼ਿਆਦਾ ਹੈਗੀ ਹੈ। ਅੱਛਾ, ਇੱਕ ਮੈਮੋਰੈਂਡਮ ਦੀ ਗੱਲ ਸੁਣਨ ਚ ਆ ਰਹੀ ਹੈ ਕਿ 20 ਸੈਪਟੰਬਰ ਨੂੰ 117 ਐਮਐਲਏਜ਼ ਨੂੰ ਮੈਮੋਰੈਂਡਮ ਦਿੱਤਾ ਜਾ ਰਿਹਾ ਡਰੱਗ ਪਾਲਿਸੀ ਨੂੰ ਲੈ ਕੇ, ਹੈ ਨਾ। ਔਰ ਉਸ ਤੋਂ ਬਾਅਦ ਐਜੀਟੇਸ਼ਨ ਹੈ ਜਿਹੜੀ, ਉਹਦੀ ਵੀ ਗੱਲਬਾਤ ਸੁਣਨ ਨੂੰ ਮਿਲ ਰਹੀ ਹੈ। ਕੀ ਜਿਹੜੀ ਸੰਘਰਸ਼ ਦੀ ਰੂਪਰੇਖਾ ਕੀ ਰਹੇਗੀ? ਸੰਘਰਸ਼ ਇੱਦਾਂ ਸਾਡੇ ਜਿਹੜੀ ਤੁਹਾਨੂੰ ਪਹਿਲਾਂ ਦੱਸਿਆ, ਆਨਲਾਈਨ ਜਾਂ ਕਾਰਪੋਰੇਟ ਘਰਾਣੇ ਨੂੰ ਇਲੈਕਸ਼ਨ ਛੋਲੇ ਤਰ੍ਹਾਂ ਵੰਡੇ ਜਾ ਰਹੇ ਆ ਔਰ ਸਾਨੂੰ ਇਲੈਕਸ਼ਨ ਸਾਨੂੰ ਲਾਇਸੈਂਸ ਸਾਨੂੰ ਦੇਣ ਵਾਸਤੇ 50 ਫਾਰਮੈਲਿਟੀਆਂ ਔਰ ਕਾਰਪੋਰੇਟ ਘਰਾਣੇ ਨੂੰ ਲਾਇਸੈਂਸ ਦੇਣ ਵਾਸਤੇ ਐਂ ਛੋਲੇ ਤਰ੍ਹਾਂ ਲਾਇਸੈਂਸ ਵੰਡ ਰਹੇ ਆ ਔਰ ਸਾਡੇ ਵਪਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਵਾਸਤੇ ਅਸੀਂ ਜੋ ਸਟੈਪ ਲੈ ਰਹੇ ਹਾਂ ਵੀ ਸਾਰੇ ਜਿੰਨੇ ਡਰੱਗ ਆਫਿਸ ਹੈ ਔਰ ਜਿੰਨੇ ਐਮਐਲਏ ਐਮਪੀਸ ਹੈ, ਐਮਪੀਸ ਤਾਂ ਜਿਹੜੇ ਪੁਰਾਣੇ ਹੋ ਗਏ, ਨਵੇਂ ਆਪ ਸਰਕਾਰ ਦੇ, ਉਹਨਾਂ ਨੂੰ ਮੈਮੋਰੈਂਡਮ ਦਈਏ ਵੀ ਸਾਡੀ ਰੋਜੀ ਰੋਟੀ ਦੇ ਲੱਤ ਨਾ ਮਾਰੋ, ਤੁਸੀਂ ਆ ਜਿਹੜਾ ਕੰਮ ਕਰ ਰਹੇ ਹੋ ਗਲਤ ਕਰ ਰਹੇ ਹੋ। ਕਾਰਪੋਰੇਟ ਘਰਾਣਿਆਂ ਨੂੰ ਖੜਾ ਕਰਕੇ ਅਮੀਰਾਂ ਨੂੰ ਹੋਰ ਅਮੀਰ ਕਰੀ ਜਾ ਰਹੇ ਆ ਤੇ ਸਾਡੀ ਰੋਟੀ ਰੋਟੀ ਦਾ ਬਹੁਤ ਮੁਸ਼ਕਿਲ ਹੋਇਆ ਪਿਆ। ਕਾਬਰ ਸਾਹਿਬ, ਇੱਕ ਬਹੁਤ ਵੱਡੀ ਜਿਹੜੀ ਹੈਲਥ ਡਿਪਾਰਟਮੈਂਟ ਦੇ ਵੱਲੋਂ ਅਸੀਂ ਅਕਸਰ ਦੇਖਦੇ ਹਾਂ ਕਿਤੋਂ ਮਤਲਬ ਇੱਥੋਂ ਕੋਈ ਬਾਹਰਲੇ ਬਾਜ਼ਾਰ ਤੋਂ ਕੋਈ ਵਪਾਰੀ ਆਇਆ, ਉਹ ਦਵਾਈ ਲੈ ਕੇ ਗਿਆ, ਮੰਨ ਲਓ ਜਗਰਾਓਂ ਤੋਂ ਕੋਈ ਆਇਆ, ਦਵਾਈਆਂ ਲੈ ਕੇ ਗਿਆ, ਰਸਤੇ ਦੇ ਵਿੱਚ ਹੈਲਥ ਡਿਪਾਰਟਮੈਂਟ ਉਹਨੂੰ ਫੜ ਲੈਂਦਾ ਵਾ ਤੇ ਕਿਹਾ ਜਾਂਦਾ ਕਿ ਉਸ ਦੇ ਕੋਲੇ ਜਿਹੜੀ ਦਵਾਈਆਂ ਨੇ ਉਹ ਬੈਨ ਸੀਗੀਆਂ, ਉਹ ਓਪਨ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਉਪਲਬਧ ਨਹੀਂ ਹੈ ਜਾਂ ਵਿਦਆਊਟ ਪ੍ਰਸਕ੍ਰਿਪਸ਼ਨ ਹੈ ਜਿਹੜੀ ਮੈਡੀਸਨ ਹੈ ਪ੍ਰੋਵਾਈਡ ਨਹੀਂ ਕਰਨੀ ਹੈਗੀ। ਇਹ ਹੱਲ ਅਕਸਰ ਡਾਕਟਰਸ ਦੇ ਵੱਲੋਂ ਵੀ ਕਿਹਾ ਜਾਂਦਾ ਵਾ। ਉਹ ਦਵਾਈਆਂ ਅਗਰ ਬੈਨ ਨੇ ਤਾਂ ਫਿਰ ਇੱਥੇ ਕਿੱਦਾਂ ਮਿਲ ਜਾਂਦੀਆਂ ਨੇ? ਨਹੀਂ, ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਆਇਆ। ਇਹ ਕਮਿਊਨੀਕੇਸ਼ਨ ਜਿਹੜੀ ਹੋ ਰਹੀ ਹੈ ਗਲਤ ਹੋ ਰਹੀ ਹੈ। ਅੱਜ ਤੱਕ ਕਿਸੇ ਵੀ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਨੇ ਕੋਈ ਦਵਾਈਆਂ ਰਸਤੇ ਫੜ ਕੇ ਕਦੀ ਨਹੀਂ ਇਸ ਚੀਜ਼ ਨੂੰ ਚੈਲੰਜ ਕੀਤਾ ਵੀ ਦਵਾਈਆਂ ਗਲਤ ਆ ਰਹੀਆਂ। ਪੁਲਿਸ ਡਿਪਾਰਟਮੈਂਟ ਨਸ਼ੇ ਨੂੰ ਫੜ ਰਹੀ ਹੈ। ਉਹ ਨਸ਼ੀਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਸਾਡੇ ਪਿੰਡੀ ਗਲੀ 'ਚ ਸਾਡੇ ਹੋਲਸੇਲਰ ਨਹੀਂ ਕਰਦੇ, ਉਹ ਬਾਹਰਲੇ ਜਿਹੜੇ ਨੌਨ ਟ੍ਰੇਡ ਬੰਦੇ ਆ ਉਹ ਇਹ ਕੰਮ ਕਰ ਰਹੇ ਆ। ਤੁਸੀਂ ਪਿਛਲੇ 5-7 ਸਾਲਾਂ ਦੇਖੋ, ਤੁਸੀਂ ਨੌਨ ਟ੍ਰੇਡ ਬੰਦੇ ਫੜੇ ਜਾ ਰਹੇ ਆ। ਸਾਡੇ ਟ੍ਰੇਡ ਦਾ ਕੋਈ ਬੰਦਾ ਵੀ ਇਹ 'ਚ ਇਨਵੋਲਵ ਨਹੀਂ ਹੈਗਾ, ਉਹ ਰਿਕਾਰਡ ਹੈ। ਮੈਂ ਕੱਲ੍ਹ ਹੀ ਮੂੰਹ ਜ਼ਬਾਨੀ ਗੱਲ ਨਹੀਂ ਕਰ ਰਿਹਾ, ਰਿਕਾਰਡ ਹੈ, ਪੁਲਿਸ ਚੈੱਕ ਕਰ ਲਓ। ਸਾਡਾ ਕੈਮਿਸਟ ਕੋਈ ਆਇਆ ਗਲਤ ਨਹੀਂ ਕੰਮ ਕਰਦਾ। ਨੌਨ ਟ੍ਰੇਡ ਦੇ ਬੰਦੇ ਇਹ ਚੀਜ਼ਾਂ ਜਿਹੜੇ ਸਮੈਕ ਵੀ ਵੇਚਦੇ ਆ, ਫੀਮ ਵੀ ਵੇਚਦੇ ਆ, ਉਹ ਜਿਹੜੇ ਬੰਦੇ ਆ ਅੱਜ ਕੱਲ੍ਹ ਦਵਾਈਆਂ ਇੱਧਰ ਉੱਧਰ ਅਰੇਂਜ ਕਰਕੇ ਉਹ ਦਵਾਈਆਂ ਵੇਚ ਰਹੇ ਆ। ਸਾਡੇ ਕੈਮਿਸਟ ਨਹੀਂ ਗਲਤ। ਸੋ ਜਿਸ ਤਰ੍ਹਾਂ ਡਾਬਰ ਸਾਹਿਬ ਨੇ ਦੱਸਿਆ ਵਾ, ਜਿਹੜੇ ਉਹ ਹੈਲਥ ਰਿਲੇਟਡ ਸਵਾਲ ਆ ਜਾਂਦੇ ਆ ਜਾਂ ਕਿਤੇ ਵੀ ਕੋਈ ਰੇਡ ਪੈਂਦੀ ਹੈ ਜਾਂ ਦਵਾਈਆਂ ਜਿਹੜੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਜਾਂਦੀਆਂ ਨੇ, ਉਹ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਇੱਥੋਂ ਜਿਹੜੇ ਵਪਾਰੀ ਨੇ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ। ਹਾਲਾਂਕਿ ਜਿਹੜੀਆਂ ਪ੍ਰਿਸਕ੍ਰਾਈਬਡ ਮੈਡੀਸਨਸ ਨੇ ਸਿਰਫ ਉਹਨਾਂ ਦਾ ਕੰਮ ਕੀਤਾ ਜਾਂਦਾ ਵਾ। ਹਾਲਾਂਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਅਸੀਂ ਮੌਜੂਦ ਹਾਂ ਲੁਧਿਆਣੇ ਦੇ ਪਿੰਡੀ ਸਟਰੀਟ ਦੇ ਵਿੱਚ, ਜਿਸ ਦੀ ਕਿ ਹਿਸਟਰੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੀ ਇਹ ਮਾਰਕੀਟ ਐਸਟੈਬਲਿਸ਼ ਹੋਈ ਹੈ ਔਰ ਪਿੰਡੀ ਗਲੀ ਇਸ ਦਾ ਨਾਮ ਹੈ। ਔਰ ਦਿੱਲੀ ਤੋਂ ਬਾਅਦ ਸੈਕੰਡ ਬਿਗੇਸਟ ਮਾਰਕੀਟ ਹੈ ਨਾਰਥ ਇੰਡੀਆ ਦੀ, ਜਿੱਥੇ ਕਿ ਦਵਾਈਆਂ ਦਾ ਹੋਲਸੇਲ ਦਾ ਜਿਹੜਾ ਕੰਮ ਹੈ ਇੱਥੇ ਕੀਤਾ ਜਾਂਦਾ ਔਰ ਲੱਖਾਂ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਰੋਜ਼ਗਾਰ ਹੈ ਜਿਹੜਾ ਇਸ ਮਾਰਕੀਟ ਦੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਵਾ। ਆਪਣੇ ਪਿੰਡੀ ਗਲੀ ਦੇ ਸਾਰੇ ਆਪਣੇ ਭਾਈਚਾਰੇ ਨਾਲ ਸਾਰੇ ਇਕੱਠੇ ਰਹਿੰਦੇ ਆ, ਸਾਰੇ ਵਪਾਰ ਸਾਂਝਾ ਕਰਦੇ ਹੈਗੇ ਆ। ਕੋਈ ਵੀ ਇਦਾਂ ਦੀ ਦਿੱਕਤ ਨਹੀਂ ਹੈਗੀ। ਥੋੜੀ ਬਹੁਤੀ ਪਰੇਸ਼ਾਨੀਆਂ ਹੈਗੀਆਂ, ਉਹ ਅਸੀਂ ਜਿੱਦਾਂ ਸਾਡੇ ਮਤਲਬ ਸਾਡੇ ਪ੍ਰਧਾਨ ਸਾਹਿਬ ਜਾਂ ਸਾਰੇ ਮੋਹਦਵਾਨ ਬੰਦੇ ਜਿਹੜੇ ਹੈਗੇ ਆ, ਉਹ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੇ ਨਾਲ ਹਰ ਟਾਈਮ ਖੜੇ ਹੈਗੇ ਆ, ਹਰ ਟਾਈਮ ਉਹਨਾਂ ਦੇ ਨਾਲ ਹੀ ਚੱਲੀਦਾ ਹੈਗਾ। ਪੋਸਟਪੋਨ ਦੀ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ, ਭਾਈਚਾਰਾ ਇੱਥੇ ਸਾਰਿਆਂ ਦਾ ਅੱਛਾ ਹੈਗਾ ਵਾ। ਕੋਈ ਗੱਲ ਨਹੀਂ, ਜੇ ਹੋ ਗਿਆ ਤਾਂ ਕੋਈ ਗੱਲ ਨਹੀਂ। ਵੈਸੇ ਅਸੀਂ ਪ੍ਰਧਾਨ ਜੀ ਨੂੰ ਚੁਣਿਆ ਵਾ, ਸਾਡੇ ਲਈ ਇਹੀ ਸਭ ਕੁਝ ਹੈਗੇ ਆ। ਇਲੈਕਸ਼ਨ ਦੀ ਜ਼ਰੂਰਤ ਵੀ ਵੈਸੇ ਹੈ ਨਹੀਂ ਮੇਰੇ ਹਿਸਾਬ ਨਾਲ ਤਾਂ। ਚਲੋ ਇੱਕ ਕੋਈ ਬੰਦੇ ਕਹਿੰਦੇ ਆ ਚੱਲ 8 ਸਾਲ ਹੋ ਗਏ ਇਲੈਕਸ਼ਨ ਚਾਹੀਦੇ ਆ, ਚਲੋ ਠੀਕ ਆ, ਮਤਲਬ ਕੋਈ ਮੰਨਣ ਨੂੰ ਤਿਆਰ ਨਹੀਂ। ਇਲੈਕਸ਼ਨ ਦੀ ਲੋੜ ਨਹੀਂ, ਜੇ ਪ੍ਰਧਾਨ ਜੀ ਖੜੇ ਆ ਸਾਡੇ, ਸਾਨੂੰ ਜ਼ਰੂਰਤ ਦੀ ਕਮੀ ਪੇਸ਼ੀ ਹੈ ਹੀ ਨਹੀਂ ਕਿਤੇ ਚੀਜ਼ ਦੀ, ਤੇ ਇਲੈਕਸ਼ਨ ਦੀ ਲੋੜ ਅਸੀਂ ਸਮਝਦੇ ਨਹੀਂ। ਵੈਸੇ ਐਸੋਸੀਏਸ਼ਨ ਦੇ ਮੈਂਬਰ ਹੋਣ ਦੇ ਬਾਵਜੂਦ ਪਿੰਡੀ ਗਲੀ ਦੇ ਵਿੱਚ ਕਾਫੀ ਸਾਰੀ ਜਿਹੜੀ ਪ੍ਰੋਬਲਮਸ ਹੈਗੀਆਂ ਡਿਸਕਸ ਕਰਦੇ ਆ, ਪਰ ਉਹਦਾ ਸੋਲੂਸ਼ਨ ਨਹੀਂ ਨਿਕਲ ਰਿਹਾ। ਜਿਵੇਂ ਮਾਰਕੀਟ ਦੀਆਂ ਤਾਰਾਂ ਹੈਗੀਆਂ, ਬਹੁਤ ਸਾਰੇ ਇੰਸੀਡੈਂਟ ਹੋ ਚੁੱਕੇ ਆ ਤੇ ਹੋ ਵੀ ਸਕਦੇ ਆ, ਉਹਦਾ ਕੋਈ ਸੋਲੂਸ਼ਨ ਨਹੀਂ ਨਿਕਲ ਰਿਹਾ। ਨਾ ਹੀ ਸਾਡੀ ਕੋਈ ਸੜਕਾਂ ਦੀ ਇੱਥੇ ਕਾਰਪੋਰੇਸ਼ਨ ਕੋਈ ਸੁਣਵਾਈ ਕਰ ਰਹੀ ਹੈ ਮਲਟੀਪਲ ਕੰਪਲੇਂਟਸ ਦੇਣ ਤੋਂ ਬਾਅਦ। ਇਸ ਕਰਕੇ ਸਾਨੂੰ ਇਹ ਐਜ਼ ਏ ਮੈਸੇਜ ਦੇ ਰਹੇ ਹਾਂ ਕਿ ਇਹਦਾ ਜਲਦ ਤੋਂ ਜਲਦ ਸੋਲੂਸ਼ਨ ਕੱਢਿਆ ਜਾਵੇ। ਥੈਂਕ ਯੂ। ਅਗਲੀ ਤਸਵੀਰ ਕੀ ਹੋਵੇਗੀ ਉਸ ਦੇ ਨਾਲ ਵੀ ਰੂਬਰੂ ਕਰਵਾਵਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਸੰਜੇ ਦੇ ਨਾਲ ਅਰੁਣ ਕੌਸ਼ਲ ਦੀ ਖਾਸ ਰਿਪੋਰਟ ਵੇਖਦੇ ਰਹੋ ਲੁਧਿਆਣਾ ਲਾਈਵ।